ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ, ਭਾਰਤ ਅਤੇ ਦੁਨੀਆ ਭਰ ਦੇ ਆਡੀਓ ਪ੍ਰਾਈਮ ਟਾਈਮ ਦੇ ਵਿੱਚ ਮੈਂ ਹਰਸ਼ਰਨ ਕੌਰ। ਅੱਜ ਦੇ ਬੁਲੇਟਿਨ ਦੇ ਵਿੱਚ ਕਈ ਅਹਿਮ ਖਬਰਾਂ ਨੇ। ਕਿਸਾਨਾਂ ਦੀ ਕੇਂਦਰ ਦੇ ਨਾਲ ਮੀਟਿੰਗ ਹੋਣੀ ਹੈ ਜਾਂ ਨਹੀਂ ਹੋਣੀ, ਇਸ ਬਾਰੇ ਚਰਚਾ ਕਰਾਂਗੇ ਕਿਉਂਕਿ ਕੇਂਦਰ ਨੇ ਆਖਿਰਕਾਰ ਕਿਸਾਨਾਂ ਨੂੰ ਤਰੀਕੇ ਦੇ ਨਾਲ ਲਿਖਤੀ ਸੱਦਾ ਭੇਜ ਦਿੱਤਾ ਹੈ। किसान हुण सोचणगे कि उन्होंने मीटिंग करनी है या नहीं करनी। उधर केंद्र के दबाव दे विच कैप्टन साहब ने भी किसानां नूं नवीं अपील कीती है। किहड़ी अपील है? जिहदे प्रतिक्रम दे विच किसानां ने कह दिता है कि कैप्टन साहब पंजाब दे विच फुट पाउण वालीआं गल्लां कर रहे ने। अमृतसर हवाई अड्डे तो अज फ्लाइटां किधर नूं चलीआं ने ते हफ्ते च किन्ने दिन चलणगीआं, खास जानकारी देवांगे। पंजाब दे विच पटाखे चलाउण नूं लैके सरकार ने नवे हुकम जारी कीते ने। विद्यार्थियों के नाल जुड़ी बड़ी अहम खबर है, सिलेबस घटाया गया। बिहार चोणां दा की बनिया, पंजाब दी सियासत की कहती है ते ट्रंप साहब हुण किहड़े रौं दे विच ने। चोणां हारन तो बाद सारियां खबरां तुहानूं दस्सांगे। कोरोना वायरस ते टीके नाल जुड़ी भी खबर है। सब तो पहलां पंजाब दीयां खबरां विस्तार दे विच। पंजाब दीयां खबरां दे विस्तार दे विच सब तो पहली खबर यही है कि केंद्र सरकार ने खेती कानूनां नूं लैके जो किसानां दा संघर्ष चल रहा है उस दे दरम्यान किसानां नूं गलबात दे लई सद्दा भेज दिता है। किसानां नूं इह सद्दा केंद्री खेतीबाड़ी मंत्री नरेंद्र तोमर ਅਤੇ रेलवे मंत्री पीयूष गोयल ਦੇ ਵੱਲੋਂ ਭੇਜਿਆ ਗਿਆ ਹੈ। ਕਿਸਾਨਾਂ ਤੇ ਕੇਂਦਰ ਸਰਕਾਰ ਦੇ ਮੰਤਰੀਆਂ ਵਿਚਕਾਰ ਇਹ ਮੀਟਿੰਗ 13 ਨਵੰਬਰ ਨੂੰ ਦਿੱਲੀ ਦੇ ਵਿਗਿਆਨ ਭਵਨ ਸਵੇਰੇ 11 ਵਜੇ ਰੱਖੀ ਗਈ ਹੈ, ਜਿਹਦੇ ਵਿੱਚ ਸ਼ਾਮਿਲ ਹੋਣ ਦੇ ਲਈ ਕਿਸਾਨ ਯੂਨੀਅਨਾਂ ਨੂੰ ਸੱਦਾ ਭੇਜਿਆ ਗਿਆ। ਇਸ ਵਾਰੀ ਕੇਂਦਰ ਸਰਕਾਰ ਨੇ ਪੂਰੀ ਤਰ੍ਹਾਂ ਦੇ ਨਾਲ ਲਿਹਾਜ਼ ਦੇ ਨਾਲ ਸੱਦਾ ਭੇਜਿਆ। ਪਿਛਲੀ ਵਾਰੀ ਇੱਕ ਈਮੇਲ ਦੇ ਰਾਹੀਂ ਜੋ ਸੱਦਾ ਭੇਜਿਆ ਗਿਆ ਸੀ, ਜਿਸ ਨੂੰ ਕਿਸਾਨਾਂ ਨੇ ਨਕਾਰ ਦਿੱਤਾ ਸੀ। ਪਹਿਲਾ ਸੱਦਾ ਸੀ ਜਿਹੜਾ ਈਮੇਲ ਦੇ ਜ਼ਰੀਏ ਭੇਜਿਆ ਗਿਆ ਸੀ, ਜਿਹੜਾ ਕਿਸੇ ਵੀ ਅਧਿਕਾਰਿਤ ਲੈਟਰ ਹੈਡ ਤੇ ਨਹੀਂ ਭੇਜਿਆ ਗਿਆ ਸੀ। ਉਸ ਤੋਂ ਬਾਅਦ ਦੂਸਰਾ ਸੱਦਾ ਥੋੜਾ ਜਿਹਾ ਤਰੀਕੇ ਨਾਲ ਭੇਜਿਆ ਗਿਆ ਸੀ ਤੇ ਹੁਣ ਤੀਸਰਾ ਜਿਹੜਾ ਸੱਦਾ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਕੇਂਦਰ ਸਰਕਾਰ ਦੇ, ਭਾਰਤ ਸਰਕਾਰ ਦੇ ਲੈਟਰ ਹੈਡ ਤੇ ਭੇਜਿਆ ਗਿਆ, ਜਿਹਦੇ ਉੱਤੇ ਲਿਖਿਆ ਗਵਰਨਮੈਂਟ ਆਫ ਇੰਡੀਆ, ਮਿਨਿਸਟਰੀ ਆਫ ਐਗਰੀਕਲਚਰ ਐਂਡ ਫਾਰਮਰਸ ਵੈਲਫੇਅਰ, ਡਿਪਾਰਟਮੈਂਟ ਆਫ ਐਗਰੀਕਲਚਰ ਕਾਰਪੋਰੇਸ਼ਨ ਐਂਡ ਫਾਰਮਰਸ ਵੈਲਫੇਅਰ। ਔਰ ਇਹਦੇ ਵਿੱਚ ਹਿੰਦੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਕੇਂਦਰੀ ਰੇਲਵੇ ਮੰਤਰੀ ਤਿਆਰ ਨੇ ਤੇ ਤੁਹਾਨੂੰ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ 13 ਨਵੰਬਰ 2020 ਨੂੰ ਸਵੇਰੇ 11 ਵਜੇ ਹਾਲ ਨੰਬਰ 2 ਵਿਗਿਆਨ ਭਵਨ ਨਵੀਂ ਦਿੱਲੀ ਦੇ ਵਿੱਚ ਪਹੁੰਚ ਕੇ ਸਾਡੇ ਨਾਲ ਗੱਲਬਾਤ ਕਰਨ ਦੀ ਖੇਚਲਾ ਕਰੋ। ਸ਼ੁਭ ਕਾਮਨਾਵਾਂ ਸਹਿਤ ਥੱਲੇ ਜਿਹੜੇ ਸਿਗਨੇਚਰ ਨੇ ਉਹ ਕੀਤੇ ਹੋਏ ਨੇ ਸੁਧਾਂਸ਼ੂ ਪਾਂਡੇ ਦੇ ਵੱਲੋਂ ਤੇ ਉਸ ਤੋਂ ਬਾਅਦ 29 ਕਿਸਾਨ ਜਥੇਬੰਦੀਆਂ ਦੇ ਜਿਹੜੇ ਲੀਡਰ ਹੈਗੇ ਨੇ ਉਹਨਾਂ ਸਾਰਿਆਂ ਦੇ ਨਾਮ ਲਿਖੇ ਹੋਏ ਨੇ। ਸਭ ਤੋਂ ਪਹਿਲਾਂ ਡਾਕਟਰ ਦਰਸ਼ਨਪਾਲ ਦਾ ਨਾਮ ਲਿਖਿਆ, ਜਿਹੜੇ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸਟੇਟ ਪ੍ਰੈਜ਼ੀਡੈਂਟ ਨੇ। ਉਸ ਤੋਂ ਬਾਅਦ ਬਲਦੇਵ ਸਿੰਘ ਨਿਹਾਲਗੜ੍ਹ, ਬੂਟਾ ਸਿੰਘ ਬੁਰਜਗਿੱਲ, ਸਾਰੇ ਕਿਸਾਨ ਲੀਡਰਾਂ ਦੇ ਨਾਮ ਨੇ ਜਿਹੜੇ ਉਹ ਲਿਖੇ ਹੋਏ ਨੇ। ਰੁਲਦੂ ਸਿੰਘ ਮਾਨਸਾ, ਬਲਵੀਰ ਸਿੰਘ ਰਾਜੇਵਾਲ, ਸਰਵਣ ਸਿੰਘ ਪੰਧੇਰ, ਇਹਨਾਂ ਸਾਰਿਆਂ ਦੇ ਨਾਮ ਨੇ ਜਿਹੜੇ ਸਾਰੀਆਂ 29 ਕਿਸਾਨ ਜਥੇਬੰਦੀਆਂ ਦੇ ਨਾਮ ਇਸ ਚਿੱਠੀ ਦੇ ਵਿੱਚ ਲਿਖੇ ਹੋਏ ਨੇ। ਤੇ ਹੁਣ ਸਭ ਤੋਂ ਵੱਡਾ ਸਵਾਲ ਹੁੰਦਾ ਹੈ ਕਿ ਕਿਸਾਨ ਇਸ ਸੱਦੇ ਨੂੰ ਕਬੂਲਣਗੇ ਜਾਂ ਫਿਰ ਨਹੀਂ ਕਬੂਲਣਗੇ। ਇਹ ਸੱਦਾ ਮਿਲ ਗਿਆ, ਇਸ ਦੀ ਪੁਸ਼ਟੀ ਤਾਂ ਕਰ ਦਿੱਤੀ ਹੈ। ਅਸੀਂ ਗੱਲਬਾਤ ਕੀਤੀ ਸੀ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੇ ਨਾਲ। ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਾਨੂੰ ਲਿਖਤੀ ਸੱਦਾ ਮਿਲ ਚੁੱਕਿਆ, ਪਰ ਉਹ ਕਹਿੰਦੇ ਅਸੀਂ ਇਸ ਸੱਦੇ ਤੇ ਕੇਂਦਰ ਦੇ ਨਾਲ ਬੈਠਕ ਕਰਨ ਜਾਣਾ ਹੈ ਜਾਂ ਨਹੀਂ ਜਾਣਾ, ਇਸ ਦੇ ਬਾਰੇ ਅਸੀਂ ਸਾਂਝੇ ਤੌਰ ਤੇ ਹੀ ਕੋਈ ਫੈਸਲਾ ਲਵਾਂਗੇ। ਮੀਟਿੰਗ ਸੱਦੀ ਜਾਵੇਗੀ, ਪਰ ਉਹਨਾਂ ਨੇ ਆਪਣਾ ਨਿੱਜੀ ਪ੍ਰਤੀਕਰਮ ਜ਼ਰੂਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਮਾਲ ਗੱਡੀਆਂ ਜ਼ਰੂਰ ਚੱਲਣੀਆਂ ਚਾਹੀਦੀਆਂ ਨੇ। ਯਾਨੀ ਕਿ ਕਿਸਾਨ ਅਜਿਹੀ ਕੋਈ ਸ਼ਰਤ ਵੀ ਰੱਖ ਸਕਦੇ ਨੇ ਕਿ ਪੰਜਾਬ ਦੇ ਵਿੱਚ ਪਹਿਲਾਂ ਮਾਲ ਗੱਡੀਆਂ ਚਲਾਈਆਂ ਜਾਣ, ਫਿਰ ਹੀ ਅਸੀਂ ਤੁਹਾਡੇ ਨਾਲ ਮੀਟਿੰਗ ਕਰਾਂਗੇ। ਫਿਲਹਾਲ ਸਰਵਣ ਸਿੰਘ ਪੰਧੇਰ ਦੇ ਨਾਲ ਗੱਲਬਾਤ ਸੁਣਾਉਂਦੇ ਹਾਂ। ਹਾਂਜੀ ਸਰਵਣ ਸਿੰਘ ਜੀ, ਮੈਂ ਪਤਾ ਕਰਨਾ ਸੀ ਸੱਦਾ ਮਿਲ ਚੁੱਕਿਆ, ਹੁਣ ਫਿਰ ਮੀਡੀਆ 'ਚ ਖਬਰ ਆ ਰਹੀ ਹੈ। ਮਿਲ ਗਿਆ। ਅੱਛਾ ਜੀ, ਉਹਦੇ 'ਚ ਕੀ ਲਿਖਿਆ ਹੋਇਆ ਹੈ, ਤੁਸੀਂ ਥੋੜਾ ਦੱਸੋਗੇ? 29 ਜਥੇਬੰਦੀਆਂ ਦਾ ਸੱਦਾ ਵਾ, ਉਹਦੇ ਵਿੱਚ ਤੇ ਲਿਖਿਆ ਹੋਇਆ ਵੀ ਪੰਜਾਬ ਤੇ ਜਿਹੜੇ ਖੇਤੀ ਦੀਆਂ ਸਮੱਸਿਆ ਨੂੰ ਲੈ ਕੇ ਅੰਦੋਲਨ ਚੱਲ ਰਿਹਾ। ਹਾਂਜੀ, ਠੀਕ ਹੈ ਜੀ। ਤੇ ਅਗਲੇ ਬੰਨੇ ਲਾਈਨ ਸੀ ਕਿ ਵੀ ਰੇਲ ਮੰਤਰੀ ਬੜਾ ਸੁਹਿਰਦ ਆ ਵੀ ਪੰਜਾਬ ਦੇ ਜਿਹੜੀਆਂ ਜ਼ਰੂਰਤਾਂ ਵਾਸਤੇ ਰੇਲਾਂ ਚਾਲੂ ਹੋਣ। ਖੇਤੀ ਮੰਤਰੀ ਤੇ ਰੇਲ ਮੰਤਰੀ ਮੀਟਿੰਗ ਕਰਨਗੇ, ਇਹ ਲਿਖਿਆ। ਅੱਛਾ 13 ਨੂੰ 11 ਵਜੇ। ਠੀਕ ਹੈ। ਪੀਯੂਸ਼ ਗੋਇਲ ਤੇ ਨਰਿੰਦਰ ਤੋਮਰ। ਬਿਲਕੁਲ ਜੀ। ਤੇ ਤੁਸੀਂ ਇਹਦੇ ਤੇ ਹੁਣ ਮੀਟਿੰਗ ਕਰੋਗੇ ਅੱਗੇ ਜਾਂ ਫਿਰ ਉਸ ਤੋਂ ਬਾਅਦ ਫੈਸਲਾ? ਮੀਟਿੰਗ ਕਰਕੇ ਜਿਵੇਂ ਮੈਂ ਵੈਸੇ ਪ੍ਰਤੀਕਿਰਿਆ ਮੇਰੀ ਵੀ ਜਿਹੜੀ ਮਾਲ ਗੱਡੀਆਂ ਨਹੀਂ ਚਾਲੂ ਕੀਤੀਆਂ, ਹਾਂਜੀ, ਸੜਕਾਂ ਨੂੰ ਬਾਲ ਰੱਖਿਆ ਵਾ, ਇਹ ਠੀਕ ਨਹੀਂ ਗਾ। ਠੀਕ
ਫਿਰ ਵੀ ਮੀਟਿੰਗ ਕਰਕੇ ਪ੍ਰਤੀਕਿਰਿਆ ਹੋਊਗੀ ਵੀ ਕੀ ਕਰਨਾ। ਠੀਕ ਹੈ, ਮੀਟਿੰਗ ਕਦੋਂ ਸੱਦ ਰਹੇ ਹੈਗੇ? ਅਜੇ ਵਿਚਾਰ ਕਰਨਾ, ਮੈਂ ਬਾਹਰ ਆ, ਕਿਤੇ ਗੱਡੀ ਤੇ ਜਾ ਰਿਹਾ ਵਾਂ, ਹਾਲੇ ਗੱਲ ਨਹੀਂ ਕਿਸੇ ਨਾਲ ਹੋਈ, ਗੱਲ ਕਰਕੇ ਇਹਦਾ ਕੋਈ ਪ੍ਰੋਗਰਾਮ ਬਣਾਉਣਾ। ਜੀ ਜੀ, ਠੀਕ ਹੈ ਜੀ, ਧੰਨਵਾਦ। ਤੇ ਇਸ ਤੋਂ ਪਹਿਲਾਂ ਜਦੋਂ ਸੱਦਾ ਹਲੇ ਕਿਸਾਨਾਂ ਕੋਲ ਨਹੀਂ ਪਹੁੰਚਿਆ ਸੀ ਤੇ ਅਸੀਂ ਵੀ ਐਮਰਜੈਂਸੀ ਬੁਲੇਟਿਨ ਦੇ ਵਿੱਚ ਜੋ ਸਾਰੀ ਖਬਰਸਾਰ ਤੁਹਾਨੂੰ ਦੱਸੀ ਸੀ ਕਿ ਜੋ ਅੱਜ ਅਖਬਾਰਾਂ ਦੇ ਵਿੱਚ ਖਬਰਾਂ ਆਈਆਂ ਨੇ ਕਿ ਕਿਸਾਨਾਂ ਨੂੰ ਕੇਂਦਰ ਨੇ ਗੱਲਬਾਤ ਲਈ ਸੱਦਾ ਭੇਜਿਆ, ਉਸ ਨੂੰ ਕਿਸਾਨ ਲੀਡਰਾਂ ਨੇ ਠੁਕਰਾ ਦਿੱਤਾ ਸੀ ਕਿ ਇਹ ਸਿਰਫ ਅਖਬਾਰੀ ਖਬਰਾਂ ਨੇ, ਸਾਨੂੰ ਹਾਲੇ ਕੋਈ ਸੱਦਾ ਨਹੀਂ ਮਿਲਿਆ। ਸੋ ਉਸ ਤੋਂ ਬਾਅਦ 10 ਨਵੰਬਰ ਦੀ ਸ਼ਾਮ ਨੂੰ ਲਿਖਤੀ ਸੱਦਾ ਪੱਤਰ ਪਹੁੰਚ ਜਾਂਦਾ ਹੈ, ਪਰ ਉਸ ਤੋਂ ਪਹਿਲਾਂ ਹੀ ਬਠਿੰਡਾ ਦੇ ਵਿੱਚ ਕਿਸਾਨਾਂ ਨੇ ਇਹ ਸ਼ਰਤ ਰੱਖ ਦਿੱਤੀ ਕੇਂਦਰ ਦੇ ਸਾਹਮਣੇ ਕਿ ਜੇ ਪੰਜਾਬ ਦੇ ਵਿੱਚ 13 ਨਵੰਬਰ ਤੋਂ ਪਹਿਲਾਂ ਮਾਲ ਗੱਡੀਆਂ ਨਹੀਂ ਚੱਲੀਆਂ ਤਾਂ ਅਸੀਂ ਮੀਟਿੰਗ ਨੂੰ ਰੱਦ ਕਰ ਦਿਆਂਗੇ। ਕਿਸਾਨ ਜਥੇਬੰਦੀਆਂ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਨੂੰ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੇ ਸਹਿਮਤੀ ਦੇਣੀ ਹੋਵੇਗੀ, ਨਹੀਂ ਤਾਂ ਅਸੀਂ ਮੀਟਿੰਗ ਛੱਡ ਕੇ ਵਾਪਸ ਆ ਜਾਵਾਂਗੇ ਤੇ ਸੰਘਰਸ਼ ਹੋਰ ਤੇਜ਼ ਕਰਾਂਗੇ। ਸੋ ਇਹ ਬਠਿੰਡਾ ਦੀਆਂ ਜਿਹੜੀਆਂ ਕਿਸਾਨ ਯੂਨੀਅਨ ਡਕੌਂਦਾ ਅਤੇ ਕਿਸਾਨ ਯੂਨੀਅਨ ਸਿੱਧੂਪੁਰ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਪਹਿਲਾਂ 13 ਨਵੰਬਰ ਨੂੰ ਤੁਸੀਂ ਬੈਠਕ ਰੱਖੀ ਹੈ, ਉਸ ਤੋਂ ਪਹਿਲਾਂ ਪੰਜਾਬ ਨੂੰ ਮਾਲ ਗੱਡੀਆਂ ਚੱਲਦੀਆਂ ਕਰੋ, ਫਿਰ ਹੀ ਅਸੀਂ ਮੀਟਿੰਗ 'ਚ ਸ਼ਾਮਿਲ ਹੋਣ ਆਵਾਂਗੇ। ਸੋ ਦੇਖਣਾ ਹੋਏਗਾ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ 29 ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਉਹ ਕੀ ਫੈਸਲਾ ਲੈਂਦੀਆਂ ਨੇ। ਉਧਰ ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਥੇਰ ਨੇ ਕਿਹਾ ਕਿ ਭਾਵੇਂ ਕੇਂਦਰ ਨੇ ਫੈਸਲਾ ਬਹੁਤ ਦੇਰੀ ਦੇ ਨਾਲ ਲਿਆ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦਾ, ਪਰ ਫਿਰ ਵੀ ਸ਼ਲਾਘਾਯੋਗ ਕਦਮ ਹੈਗਾ। ਕੇਂਦਰ ਸਰਕਾਰ ਸੰਜੀਦਾ ਢੰਗ ਦੇ ਨਾਲ ਇਸ ਗੱਲਬਾਤ 'ਚ ਹਿੱਸਾ ਲੈਂਦੇ ਹੋਏ ਸਮੱਸਿਆ ਦਾ ਜਲਦ ਤੋਂ ਜਲਦ ਨਿਪਟਾਰਾ ਕਰੇ, ਪਰ ਇਸ ਦੇ ਨਾਲ ਉਹਨਾਂ ਨੇ ਮੰਗ ਵੀ ਕੀਤੀ ਹੈ ਕਿ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਸਹਿਜ ਮਹਿਸੂਸ ਕਰਵਾਉਣ ਦੇ ਲਈ ਕਿਸਾਨਾਂ ਦੇ ਮਨਾਂ ਵਿੱਚ ਪੈਦਾ ਹੋਏ ਸ਼ੰਕਿਆਂ ਨੂੰ ਦੂਰ ਕਰਨ ਦੀ ਨੀਅਤ ਦੇ ਨਾਲ ਫੌਰੀ ਤੌਰ ਤੇ ਪੰਜਾਬ ਵਿੱਚ ਰੇਲ ਸੇਵਾ ਸ਼ੁਰੂ ਕਰੇ ਤਾਂ ਜੋ ਦੀਵਾਲੀ ਤੇ ਬੰਦੀ ਛੋੜ ਦਿਵਸ ਵਰਗੇ ਪਵਿੱਤਰ ਮੌਕਿਆਂ ਤੇ ਲੋਕ ਆਪਣੇ ਘਰਾਂ ਨੂੰ ਜਾ ਸਕਣ, ਵਪਾਰੀ ਵਰਗ ਆਪਣਾ ਵਪਾਰ ਕਰ ਸਕਣ। ਸੋ ਇੱਥੇ ਜੋ ਆਮ ਆਦਮੀ ਪਾਰਟੀ ਦਾ ਬਿਆਨ ਹੈ ਇਸ ਨੂੰ ਵੀ ਥੋੜਾ ਉਲਝਵਾਂ ਮੰਨਿਆ ਜਾ ਸਕਦਾ ਹੈ, ਕਿਉਂਕਿ ਉਹ ਕਹਿ ਰਹੇ ਨੇ ਕਿ ਕਿਸਾਨਾਂ ਦੇ ਮਨਾਂ 'ਚ ਪੈਦਾ ਹੋਏ ਸ਼ੰਕਿਆਂ ਨੂੰ ਦੂਰ ਕਰਨ ਲਈ ਕਿਸਾਨ ਕਹਿ ਰਹੇ ਨੇ ਸਾਡੇ ਮਨ ਦੇ ਵਿੱਚ ਕੋਈ ਸ਼ੰਕਾ ਨਹੀਂ ਹੈ। ਦੂਜਾ ਉਹ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਰੇਲ ਸੇਵਾ ਸ਼ੁਰੂ ਕਰਨ ਤਾਂ ਜੋ ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਯਾਤਰੀ ਪੰਜਾਬ ਦੀ ਯਾਤਰਾ ਕਰ ਸਕਣ, ਯਾਨੀ ਕਿ ਉਹ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਮਾਲ ਗੱਡੀਆਂ ਤੇ ਯਾਤਰੀ ਗੱਡੀਆਂ ਦੋਵੇਂ ਸ਼ੁਰੂ ਕੀਤੀਆਂ ਜਾਣ। ਯਾਨੀ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਜੇ ਇਹ ਬਿਆਨ ਨੇ ਤਾਂ ਉਹ ਕਿਤੇ ਨਾ ਕਿਤੇ ਕੇਂਦਰ ਦੇ ਹੱਕ ਦੇ ਵਿੱਚ ਹੀ ਭੁਗਤ ਰਹੇ ਨੇ, ਕਿਉਂਕਿ ਨਾ ਤਾਂ ਕਿਸਾਨਾਂ ਨੂੰ ਕੋਈ ਖੇਤੀ ਕਾਨੂੰਨਾਂ ਨੂੰ ਲੈ ਕੇ ਸ਼ੰਕਾ ਹੈ, ਇਹ ਕਿਸਾਨ ਕਹਿੰਦੇ ਨੇ, ਤੇ ਦੂਸਰੇ ਪਾਸੇ ਕਿਸਾਨ ਯਾਤਰੀ ਗੱਡੀਆਂ ਚਲਾਉਣ ਦੀ ਤਾਂ ਸਹਿਮਤੀ ਹੀ ਨਹੀਂ ਪ੍ਰਗਟਾ ਰਹੇ। ਤੇ ਜੇ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਦੀ ਆਵਾਜਾਈ ਬੰਦ ਰੱਖਣ ਦੇ ਲਈ ਘੜਿਆ ਗਿਆ ਨਵਾਂ ਬਹਾਨਾ ਉਸ ਨੂੰ ਤਰਕਹੀਣ ਦੱਸਿਆ। ਸੋ ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਦੀ ਆਵਾਜਾਈ ਬੰਦ ਰੱਖਣ ਲਈ ਘੜਿਆ ਗਿਆ ਨਵਾਂ ਬਹਾਨਾ ਤਰਕਹੀਣ ਦੱਸਿਆ ਗਿਆ। ਕੈਪਟਨ ਨੇ ਕਿਹਾ ਕਿ ਮਾਲ ਗੱਡੀਆਂ ਦੀ ਆਵਾਜਾਈ ਨੂੰ ਮੁਸਾਫਰ ਗੱਡੀਆਂ ਨਾਲ ਜੋੜਨਾ ਮਹਿਜ਼ ਕੇਂਦਰ ਦਾ ਇੱਕ ਬਹਾਨਾ ਹੈ। ਕੈਪਟਨ ਨੇ ਕਿਹਾ ਕਿ ਕਿਸਾਨਾਂ ਸਮੇਤ ਪੰਜਾਬ ਦੇ ਲੋਕਾਂ ਨੂੰ ਜੇਕਰ ਇਸੇ ਤਰੀਕੇ ਨਾਲ ਜ਼ਰੂਰੀ ਵਸਤੂਆਂ ਤੋਂ ਵਾਂਝਾ ਰੱਖਿਆ ਗਿਆ ਤਾਂ ਹਾਲਾਤ ਪੰਜਾਬ ਦੇ ਵਿੱਚ ਗੰਭੀਰ ਬਣ ਜਾਣਗੇ। ਪਰ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕਰ ਦਿੱਤੀ ਕਿ ਉਹ ਰੇਲ ਸੇਵਾ ਨੂੰ ਪੂਰੀ ਤਰ੍ਹਾਂ ਬਹਾਲ ਕਰਨ ਦੇ ਲਈ ਸਹਿਯੋਗ ਦੇਣ। ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਸਿਰਫ ਮਾਲ ਗੱਡੀਆਂ ਸ਼ੁਰੂ ਕਰਨ ਦੀ ਸ਼ਰਤ ਨੂੰ ਵਾਪਸ ਲੈ ਲੈਣ, ਕਿਉਂਕਿ ਰੇਲ ਮੰਤਰੀ ਹੈ ਜਾਂ ਫਿਰ ਕੇਂਦਰ ਸਰਕਾਰ ਹੈ, ਰੇਲਵੇ ਹੈ, ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਰੇਲ ਗੱਡੀਆਂ ਤਾਂ ਹੀ ਚਲਾਵਾਂਗੇ ਜੇ ਮਾਲ ਤੇ ਯਾਤਰੀ ਦੋਵਾਂ ਦੇ ਲਈ ਤੁਸੀਂ ਟਰੈਕ ਖਾਲੀ ਕਰੋਗੇ। ਸੋ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਉਹਨਾਂ ਲੱਖਾਂ ਲੋਕਾਂ ਦੇ ਲਈ ਯਾਤਰੀ ਟ੍ਰੇਨਾਂ ਸ਼ੁਰੂ ਕਰਨ ਲਈ ਮੰਨ ਜਾਣਾ ਚਾਹੀਦਾ ਹੈ ਜੋ ਦੀਵਾਲੀ ਜਾਂ ਹੋਰ ਤਿਉਹਾਰ ਮਨਾਉਣ ਲਈ ਪੰਜਾਬ ਆਉਣਾ ਚਾਹੁੰਦੇ ਨੇ। ਤੇ ਜੇ ਕਿਸਾਨਾਂ ਦੇ ਜਵਾਬ ਦੀ ਗੱਲ ਸੁਣ ਲਈਏ ਤਾਂ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਵਿੱਚ ਅਤੇ ਸਮਾਜ ਦੇ ਵਿੱਚ ਫੁੱਟ ਪਾਉਣ ਵਾਲਾ ਕੰਮ ਕਰ ਰਹੇ ਨੇ। ਕੈਪਟਨ ਸਾਹਿਬ ਜੇ ਸਾਨੂੰ ਯਾਤਰੀ ਰੇਲਾਂ ਵੀ ਸ਼ੁਰੂ ਕਰਨ ਦੇ ਲਈ ਕਹਿ ਰਹੇ ਨੇ ਤਾਂ ਇਹਦਾ ਮਤਲਬ ਸੂਬੇ ਦੇ ਲੋਕਾਂ ਦੇ ਵਿੱਚ ਇਹ ਸੰਦੇਸ਼ ਜਾਵੇਗਾ ਕਿ ਕਿਸਾਨ ਹੀ ਇਸ ਸਾਰੇ ਹਾਲਾਤ ਦੇ ਲਈ ਜ਼ਿੰਮੇਵਾਰ ਨੇ। ਕਿਸਾਨਾਂ ਨੇ ਕਿਹਾ ਕਿ ਮਾਲ ਗੱਡੀਆਂ ਨੂੰ ਯਾਤਰੀ ਰੇਲ ਗੱਡੀਆਂ ਦੇ ਨਾਲ ਜੋੜ ਕੇ ਦੇਖਣਾ ਬਿਲਕੁਲ ਗਲਤ ਹੈ। ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਸ ਅਪੀਲ ਨੂੰ ਠੁਕਰਾਉਂਦਿਆਂ ਇਸ ਨੂੰ ਬਹੁਤ ਹੀ ਗਲਤ ਅਪੀਲ ਦੱਸਿਆ ਹੈ। ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੇ ਨਾਲ ਗੱਲਬਾਤ ਕੀਤੀ। ਕੈਪਟਨ ਸਾਹਿਬ ਨੇ ਕਿਹਾ ਕਿ ਰੇਲ ਗੱਡੀਆਂ ਜਿਹੜੀਆਂ ਮਾਲ ਗੱਡੀਆਂ ਦੇ ਨਾਲ ਯਾਤਰੀ ਗੱਡੀਆਂ ਵੀ ਚਲਾਉਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਸਾਨ ਜਥੇਬੰਦੀਆਂ ਨੂੰ। ਉਹਦੇ ਤੇ ਅਸੀਂ ਇਹਨੂੰ ਸਮਝਦੇ ਵੀ ਕੈਪਟਨ ਸਾਹਿਬ ਮੋਦੀ ਸਰਕਾਰ ਦੇ ਹੱਥ 'ਚ ਭੁਗਤਾਏ ਨੇ, ਉਹ ਕਿਸਾਨਾਂ ਦੇ ਵਿਰੁੱਧ ਪੰਜਾਬ ਦੀ ਜਨਤਾ ਨੂੰ ਕਰ ਰਹੇ ਨੇ। ਇਹ ਬਿਆਨ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ। ਇੱਕ ਬੰਨੇ ਕਿਸਾਨਾਂ ਤੱਕ ਜੋ ਰੇਲ ਟਰੈਕ ਸੜਕ ਤੇ ਸਟੇਸ਼ਨ ਸਰਦਾ ਥੱਲੇ ਬਹਿ ਗਏ
ਹਾਂਜੀ। ਮਾਲ ਗੱਡੀਆਂ ਦਾ ਪੈਸੇਂਜਰ ਗੱਡੀ ਦਾ ਕੀ ਸੰਬੰਧ ਹੈ? ਬਿਲਕੁਲ ਨਹੀਂ, ਉਹ ਉਹਨਾਂ ਨੇ ਵੀ ਕਿਹਾ, ਕੈਪਟਨ ਸਾਹਿਬ ਨੇ ਵੀ ਕਿਹਾ ਕਿ ਇਹ ਜਿਹੜਾ ਮਾਲ ਦੇ ਨਾਲ ਮੁਸਾਫਰ ਗੱਡੀਆਂ ਦੀ ਆਵਾਜਾਈ ਜੋੜਨਾ ਤਰਕਹੀਣ ਹੈ, ਪਰ ਨਾਲ ਹੀ ਉਹਨਾਂ ਨੇ ਕਿਸਾਨਾਂ ਨੂੰ ਵੀ ਉਸੇ ਟਾਈਮ ਅਪੀਲ ਕਰਤੀ ਵੀ ਤੁਸੀਂ ਛੱਡ ਦਿਓ। ਹਾਂਜੀ, ਉਹਨਾਂ ਦੀ ਅਪੀਲ ਦੇ ਵਿੱਚ ਪੰਜਾਬ 'ਚ ਵਿਰੋਧ ਵੀ ਜਾਊਗਾ ਮੁੱਖ ਮੰਤਰੀ ਦੇ ਬਿਆਨ ਨੂੰ। ਜੇ ਚੱਕਦੇ ਨੇ ਤੇ ਆਮ ਬੰਦੇ ਨੂੰ ਲੱਗੂਗਾ ਵੀ ਖੜੇ ਕਿਸਾਨਾਂ ਕਰਕੇ ਹੀ ਨਹੀਂ ਚੱਲ ਰਹੀਆਂ ਗੱਡੀਆਂ, ਸਿਆਸੀ ਵਹਿਣ ਇਹਦੇ ਨਿਕਲਦੇ, ਦੋਹਰੇ ਨਿਸ਼ਾਨੇ ਕਰ ਰਹੇ, ਵਿਰੋਧ ਪੈਦਾ ਕਰ ਰਹੇ ਸਮਾਜ ਸਾਡੇ ਵਿਰੁੱਧ, ਜਦ ਕਿ ਅਸੀਂ ਇਹਦੇ ਦੋਸ਼ੀ ਨੇ ਕੇਂਦਰ ਖਿਲਾਫ ਬੋਲਣ, ਕੇਂਦਰ ਨੂੰ ਅਪੀਲ ਕਰਨ, ਉਹਨਾਂ ਨੂੰ ਜਦ ਦਬਾਅ ਪਾਉਣ। ਅਸੀਂ ਮੋਦੀ ਸਰਕਾਰ ਡੱਕ ਕੇ ਬੈਠੀ, ਅਸੀਂ ਤਾਂ ਚਾਲੂ ਕਰਾਤੀ ਆਪਣੀ ਪੰਜਾਬ ਦੇ ਹਿੱਤਾਂ ਵਿੱਚ ਚਾਲੂ ਕਰੋ। ਜੀ ਜੀ, ਯਾਨੀ ਕਿ ਕੈਪਟਨ ਸਾਹਿਬ ਦੀ ਅਪੀਲ ਤੁਹਾਡੇ ਲਈ ਕੋਈ ਮਾਇਨੇ ਨਹੀਂ ਰੱਖਦੀ, ਇਹ ਸਿਰਫ ਸਿਆਸੀ ਅਪੀਲ ਤੁਸੀਂ ਮੰਨਦੇ ਹੋ? ਸਿਆਸੀ ਅਪੀਲ ਨਹੀਂ, ਇਹ ਸਗੋਂ ਫੁੱਟ ਵੀ ਪਾਊ ਸਮਾਜ ਦੇ ਵਿੱਚ, ਇਹ ਕੇਂਦਰ ਦੇ ਹੱਕ ਵਿੱਚ ਭੁਗਤਦੀ ਅਸੀਂ ਐ ਸਮਝਦੇ ਹਾਂ। ਜੀ ਜੀ। ਸੋ ਪੰਜਾਬ ਦੇ ਵਿੱਚ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਟੋਲ ਪਲਾਜ਼ੇ, ਰਿਲਾਇੰਸ ਦੇ ਪੈਟਰੋਲ ਪੰਪ, ਬੀਜੇਪੀ ਲੀਡਰਾਂ ਦੇ ਘਰ ਲਗਾਤਾਰ ਘੇਰੇ ਜਾ ਰਹੇ ਨੇ। ਰੇਲਵੇ ਸਟੇਸ਼ਨਾਂ ਦੇ ਉੱਤੇ ਜਾਂ ਫਿਰ ਰੇਲਵੇ ਸਟੇਸ਼ਨਾਂ ਦੇ ਨਾਲ ਲੱਗਦੇ ਪਾਰਕਾਂ ਦੇ ਵਿੱਚ ਕਿਸਾਨਾਂ ਦੇ ਕਈ ਥਾਈਂ ਧਰਨੇ ਜਾਰੀ ਨੇ, ਪਰ ਰੇਲਵੇ ਟਰੈਕ ਸਾਰੇ ਦੇ ਸਾਰੇ ਪੰਜਾਬ ਦੇ ਵਿੱਚ ਇਸ ਵਕਤ ਖਾਲੀ ਨੇ। ਬਾਵਜੂਦ ਇਸ ਦੇ ਕੇਂਦਰ ਸਰਕਾਰ ਮਾਲ ਗੱਡੀਆਂ ਚਲਾਉਣ ਦੀ ਇਜਾਜ਼ਤ ਨਹੀਂ ਦੇ ਰਿਹਾ। ਅਜਿਹੇ ਵਿੱਚ ਪੰਜਾਬ ਦੇ ਵਿੱਚ ਬਿਜਲੀ ਸੰਕਟ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਸੂਬੇ ਦੇ ਸਾਰੇ ਥਰਮਲ ਪਾਵਰ ਪਲਾਂਟ ਜਿਹੜੇ ਨਿੱਜੀ ਨੇ ਉਹ ਇਸ ਵਕਤ ਬੰਦ ਪਏ ਨੇ। ਸਰਕਾਰੀ ਥਰਮਲ ਪਾਵਰ ਪਲਾਂਟਾਂ ਦੇ ਵਿੱਚ ਐਮਰਜੈਂਸੀ ਯੂਨਿਟ ਚਲਾਏ ਜਾ ਰਹੇ ਨੇ। PSPCL ਕੌਮੀ ਗ੍ਰਿਡ ਤੋਂ ਬਿਜਲੀ ਖਰੀਦ ਰਿਹਾ ਹੈ, ਜਿਹੜਾ ਕਿ ਅਸਲ ਦੇ ਵਿੱਚ ਪੰਜਾਬ ਦੀ ਧਰਤੀ ਦੇ ਉੱਤੇ ਹੀ ਬਣਿਆ ਹੋਇਆ ਗ੍ਰਿਡ ਹੈ। ਪੰਜਾਬ ਦੇ ਵਿੱਚ ਮਾਲ ਗੱਡੀਆਂ ਦੀ ਆਮਦ ਨਾ ਹੋਣ ਕਾਰਨ ਕੋਲੇ ਦੀ ਕਮੀ, ਖਾਦ ਦੀ ਕਮੀ, ਜਿਹੜੀਆਂ ਪੰਜਾਬ ਦੂਸਰੇ ਸੂਬਿਆਂ ਤੋਂ ਮੰਗਵਾਉਂਦਾ ਹੈ। ਸੋ ਪੰਜਾਬ ਦੇ ਵਿੱਚ ਕੋਲੇ ਦੀ ਕਮੀ ਕਾਰਨ, ਥਰਮਲ ਪਲਾਂਟਾਂ ਦੀ ਬੰਦੀ ਦੇ ਕਾਰਨ ਸੂਬੇ ਦੇ ਪਿੰਡਾਂ ਦੇ ਵਿੱਚ ਤਾਂ ਪੂਰਾ ਦਿਨ ਦੇ ਕੱਟ ਲੱਗ ਰਹੇ ਨੇ, ਪਰ ਸ਼ਹਿਰਾਂ ਦੇ ਵਿੱਚ ਵੀ ਹੁਣ 4-4 ਘੰਟਿਆਂ ਦੇ ਪਾਵਰ ਕੱਟ ਲੱਗ ਰਹੇ ਨੇ। ਉਧਰ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਵੀ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਪੂਰਾ ਸਾਥ ਦਿੰਦੀ ਦਿਖਾਈ ਦੇ ਰਹੀ ਹੈ। ਪਹਿਲੇ ਦਿਨ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਲੀਡਰਾਂ ਨੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨ ਦੀ ਗੱਲ ਕੀਤੀ ਹੈ। ਕਈ ਥਾਵਾਂ ਤੇ ਪੰਜਾਬ ਦੇ ਵਿੱਚ ਇਸ ਪਾਰਟੀ ਦੇ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਰੈਲੀਆਂ ਤੇ ਇਕੱਠ ਵੀ ਕੀਤੇ ਗਏ। ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸ਼ੰਭੂ ਮੋਰਚੇ ਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਵਿਧਾਇਕ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਪਹੁੰਚੇ। ਪਰਮਿੰਦਰ ਢੀਂਡਸਾ ਨੇ ਕਿਹਾ ਕਿ ਲੜਾਈ ਸਿਰਫ ਪੰਜਾਬ ਦੀ ਨਹੀਂ, ਪੂਰੇ ਦੇਸ਼ ਦੇ ਕਿਸਾਨਾਂ ਦੀ ਲੜਾਈ ਹੈ। ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਸਾਨੂੰ ਦੇਸ਼ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਮਿਲ ਕੇ ਇਸ ਨੂੰ ਹੋਰ ਅੱਗੇ ਵਧਾਉਣਾ ਚਾਹੀਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਕਿਸਾਨਾਂ ਦੇ ਸੱਦੇ ਤੇ ਦਿੱਤੇ ਹਰ ਅੰਦੋਲਨ ਦੇ ਵਿੱਚ ਸਾਥ ਦੇਣ ਦੀ ਲੋੜ ਹੈ। ਢੀਂਡਸਾ ਨੇ ਕਿਹਾ ਕਿ ਹੁਣ ਕਿਸਾਨ ਯੂਨੀਅਨਾਂ ਦੇ ਸੱਦੇ ਤੇ ਸਾਡੀ ਪਾਰਟੀ ਜਿਹੜੀ ਉਹ 26 ਤੇ 27 ਨਵੰਬਰ ਨੂੰ ਦਿੱਲੀ 'ਚ ਹੋਣ ਵਾਲੇ ਵਿਰੋਧ ਪ੍ਰਦਰਸ਼ਨ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਏਗੀ, ਜਿਸ ਨਾਲ ਪੂਰੇ ਦੇਸ਼ ਵਿੱਚ ਸੁਨੇਹਾ ਜਾਏਗਾ ਕਿ ਸਾਰੇ ਪੰਜਾਬੀ ਇਕਜੁੱਟ ਨੇ। ਉਧਰ ਪੰਜਾਬ ਦੇ ਵਿੱਚ ਭੁਲਾਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਕੇਂਦਰ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੇ ਉੱਤੇ ਨਿਸ਼ਾਨਾ ਸਾਧਿਆ। ਖਹਿਰਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਲਗਾਤਾਰ ਬਦਲਾਖੋਰੀ ਵਾਲੇ ਰਵੱਈਏ ਉੱਤੇ ਉਤਰੀ ਹੋਈ ਹੈ। ਕਿਸਾਨ 2-2.5 ਮਹੀਨਿਆਂ ਤੋਂ ਲਗਾਤਾਰ ਸ਼ਾਂਤਮਈ ਸੰਘਰਸ਼ ਦੇ ਨਾਲ ਆਪਣੀ ਗੱਲ ਨੂੰ ਅੱਗੇ ਵਧਾ ਰਹੇ ਨੇ ਤੇ ਕਿਸਾਨਾਂ ਨੇ ਕਿਸੇ ਜਨਤਕ ਪ੍ਰਾਪਰਟੀ ਦਾ ਨੁਕਸਾਨ ਵੀ ਨਹੀਂ ਕੀਤਾ। ਪਰ ਬੀਜੇਪੀ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕੱਢਣ ਦੀ ਬਜਾਏ ਪੰਜਾਬ ਨੂੰ ਸਬਕ ਸਿਖਾਉਣ ਵਾਲੀਆਂ ਨੀਤੀਆਂ ਤੇ ਉਤਰੀ ਹੋਈ ਹੈ। ਪਹਿਲਾਂ ਬੀਜੇਪੀ ਨੇ ਪੰਜਾਬ 'ਚ ਰੇਲਾਂ ਬੰਦ ਕੀਤੀਆਂ ਹੋਈਆਂ ਨੇ, ਜਦਕਿ ਕਿਸਾਨਾਂ ਨੇ ਰੇਲਵੇ ਟਰੈਕ ਖਾਲੀ ਵੀ ਕਰ ਦਿੱਤੇ ਨੇ। ਬਾਵਜੂਦ ਇਸ ਦੇ ਬੀਜੇਪੀ ਸਰਕਾਰ ਪੰਜਾਬ ਨੂੰ ਆਰਥਿਕ ਤੌਰ ਤੇ ਤੰਗ ਕਰਨ ਲਈ ਰੇਲ ਸੇਵਾਵਾਂ ਬਹਾਲ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਅੱਜ ਪੰਜਾਬ 'ਚ ਕਣਕ ਦੀ ਬਿਜਾਈ ਜ਼ੋਰਾਂ ਤੇ ਹੈ, ਕਿਸਾਨਾਂ ਨੂੰ ਖਾਦਾਂ ਦੀ, ਯੂਰੀਆ ਦੀ ਲੋੜ ਹੈ, ਪਰ ਪੰਜਾਬ ਦੇ ਵਿੱਚ ਕੇਂਦਰ ਦੀ ਅੜੀ ਦੇ ਕਾਰਨ ਇਹ ਚੀਜ਼ਾਂ ਨਹੀਂ ਪਹੁੰਚ ਰਹੀਆਂ। ਖਹਿਰਾ ਨੇ ਕੇਂਦਰ ਨੂੰ ਇੱਕ ਸੁਝਾਅ ਵੀ ਦਿੱਤਾ ਹੈ ਕਿ ਖੇਤੀ ਕਾਨੂੰਨ ਲਿਆਉਣ ਦੀ ਥਾਂ ਤੇ ਜੇ ਕੇਂਦਰ ਸਰਕਾਰ ਫਸਲੀ ਚੱਕਰ ਨੂੰ ਬਦਲ ਕੇ ਕਿਸਾਨਾਂ ਨੂੰ ਕੋਈ ਹੋਰ ਫਸਲ ਬੀਜਣ ਦਾ ਮੌਕਾ ਦਿੰਦੀ ਤਾਂ ਸਾਡੀ ਜ਼ਮੀਨ ਦਾ ਪਾਣੀ ਬਚ ਜਾਣਾ ਸੀ, ਕਿਉਂਕਿ ਝੋਨਾ ਤੇ ਕਣਕ ਦੀ ਫਸਲ ਲਈ ਪਾਣੀ ਦੀ ਜ਼ਿਆਦਾ ਖਪਤ ਹੁੰਦੀ ਹੈ। ਸਾਡੇ ਕੋਲੋਂ ਪਹਿਲਾਂ ਹੀ ਕੇਂਦਰ ਸਰਕਾਰ ਦਰਿਆਈ ਪਾਣੀ ਖੋਹ ਕੇ ਦੂਜੇ ਸੂਬਿਆਂ ਨੂੰ ਮੁਫਤ 'ਚ ਦੇ ਚੁੱਕੀ ਹੈ। ਭਾਰਤ ਪਾਕਿਸਤਾਨ ਦਾ ਬਾਰਡਰ ਵੀ ਪੰਜਾਬ ਦੇ ਵਿੱਚ ਵਪਾਰ ਕਰਨ ਦੇ ਲਈ ਖੋਲ੍ਹੇ ਜਾਣ ਦੀ ਖਹਿਰਾ ਨੇ ਮੰਗ ਕੀਤੀ। ਬੀਜੇਪੀ ਦੀ ਸਰਕਾਰ ਜਾਣ ਬੁੱਝ ਕੇ ਤਾਂ ਕਿ ਪੰਜਾਬ ਨੂੰ ਆਰਥਿਕ ਤੌਰ ਦੇ ਉੱਤੇ ਤੰਗ ਕੀਤਾ ਜਾ ਸਕੇ, ਇੱਕ ਕਿਸਮ ਦਾ ਇਕਨੋਮਿਕ ਬਲੌਕੇਡ ਇਹਨਾਂ ਦੇ ਉੱਤੇ ਲਾਇਆ ਜਾ ਸਕੇ, ਉਸ ਨੀਤੀ ਦੇ ਨਾਲ ਕਿਸੇ ਤਰ੍ਹਾਂ ਦੀ ਟ੍ਰੇਨ ਨਹੀਂ ਭੇਜ ਰਹੇ। ਅੱਜ ਪੰਜਾਬ ਦੇ ਵਿੱਚ ਕਣਕ ਦੀ ਬਿਜਾਈ ਪੂਰੇ ਜ਼ੋਰਾਂ ਤੇ ਚੱਲ ਰਹੀ ਆ। ਪੰਜਾਬ ਦੇ ਕਿਸਾਨਾਂ ਨੂੰ ਕਈ ਤਰ੍ਹਾਂ ਦੀ ਖਾਦਾਂ ਦੀ, ਡਾਇਆ ਦੀ, ਯੂਰੀਆ ਦੀ, ਇਹ ਚੀਜ਼ਾਂ ਦੀ ਲੋੜ ਆ, ਪਰ ਉਹ ਨਹੀਂ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਨਾਲ ਪਹੁੰਚ ਰਹੀ। ਇਸੇ ਤਰ੍ਹਾਂ ਹੀ ਪੰਜਾਬ 'ਚ ਕੋਲਾ, ਥਰਮਲ ਪਲਾਂਟਸ ਨੂੰ ਚਲਾਉਣ ਵਾਸਤੇ, ਬਿਜਲੀ ਪੈਦਾ ਕਰਨ ਵਾਸਤੇ ਪੰਜਾਬ ਨੂੰ ਕੋਲਾ ਚਾਹੀਦਾ, ਉਹ ਵੀ ਸਾਡਾ ਨਹੀਂ ਦਿੱਤਾ ਜਾ ਰਿਹਾ। ਦੀਵਾਲੀ ਦਾ ਤਿਉਹਾਰ ਆ ਰਿਹਾ ਤੇ ਦੀਵਾਲੀ ਦੇ ਤਿਉਹਾਰ ਵਿੱਚ ਬਹੁਤ ਸਾਰੀਆਂ ਜ਼ਰੂਰੀ ਵਸਤੂਆਂ, ਐਸੈਂਸ਼ੀਅਲ ਕਮੋਡਿਟੀਜ਼ ਚਾਹੀਦੀਆਂ ਬਾਜ਼ਾਰਾਂ ਦੇ ਵਿੱਚ, ਜਿਹੜੀਆਂ ਟ੍ਰੇਨਸ ਰਾਹੀਂ ਆਉਂਦੀਆਂ ਨੇ, ਉਹ ਸਾਰੀਆਂ ਉਹਨਾਂ ਤੋਂ ਵਾਂਝੇ ਕਰ ਦਿੱਤਾ। ਤੇ ਹੁਣ ਸਾਨੂੰ ਤਾਂ ਐਂ ਮਹਿਸੂਸ ਕਰਾਇਆ ਜਾ ਰਿਹਾ ਕਿ ਪੰਜਾਬ ਜਿੱਦਾਂ ਨਾ
ਕੋਈ ਭਾਰਤ ਦੀ ਇੱਕ ਸਟੇਟ ਨਾ ਹੋ ਕੇ ਕਿਸੇ ਦੁਸ਼ਮਣ ਦੇਸ਼ ਦੀ ਸਟੇਟ ਹੈ। ਕੇਂਦਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਇਹ ਤਾਂ ਫਿਰ ਸਿੱਧਾ ਸਿੱਧਾ ਤਾਨਾਸ਼ਾਹ ਰਵੱਈਆ ਨਜ਼ਰ ਸਾਨੂੰ ਆਉਣਾ ਸ਼ੁਰੂ ਹੋ ਗਿਆ ਵਾ। ਔਰ ਮੈਂ ਇਹ ਕਹਿਣਾ ਚਾਹੁੰਦਾ, ਮੈਂ ਪਹਿਲਾਂ ਵੀ ਕਿਹਾ ਤੇ ਮੈਂ ਅੱਜ ਵੀ ਕਹਿ ਦਿੰਦਾ ਕਿ ਅਗਰ ਪੰਜਾਬ ਦੇ ਕੋਈ ਹਾਲਾਤ ਖਰਾਬ ਹੁੰਦੇ ਨੇ, ਚਾਹੇ ਉਹ ਕੋਈ ਇਹ ਕਿਸਾਨਾਂ ਦਾ ਸੰਘਰਸ਼ ਵਾਇਲੈਂਟ ਰੁਖ ਅਖਤਿਆਰ ਕਰਦਾ ਵਾ, ਜਾਂ ਸਰਕਾਰੀਆਂ ਏਜੰਸੀਆਂ ਵਿੱਚ ਵਾੜ ਕੇ ਤੇ ਕਿਸਾਨਾਂ ਦੇ ਸੰਘਰਸ਼ ਨੂੰ ਟੋਰਪੀਡੋ ਕਰਨ ਵਾਸਤੇ ਕੋਈ ਚਾਲ ਚੱਲਦੀਆਂ ਵਾ, ਤੇ ਜੇ ਪੰਜਾਬ ਦੇ ਕਿਸੇ ਤਰ੍ਹਾਂ ਦੇ ਹਾਲਾਤ ਖਰਾਬ ਹੋਏ, ਜਿੱਦਾਂ ਪੰਜਾਬ ਪਹਿਲਾਂ 80 ਤੇ 90 ਦੇ ਦਹਾਕੇ ਵਿੱਚ ਉਹ ਸਾਰਾ ਆਪਣੇ ਪਿੰਡੇ ਤੇ ਹੰਡਾ ਚੁੱਕਾ ਉਹ ਕਾਲਾ ਦੌਰ, ਉਹਦੇ ਲਈ ਸਿੱਧੀ ਮੋਦੀ ਸਾਹਿਬ ਦੀ ਸਰਕਾਰ ਜ਼ਿੰਮੇਵਾਰ ਹੋਵੇਗੀ। ਤੇ ਹੁਣ ਪੰਜਾਬ ਦੇ ਵਿੱਚ ਮਾਲ ਗੱਡੀਆਂ ਤੋਂ ਬਾਅਦ ਨਹਿਰੀ ਬੰਦੀ ਦੇ ਕਾਰਨ ਕਿਸਾਨਾਂ ਲਈ ਇੱਕ ਹੋਰ ਮੁਸ਼ਕਿਲ ਖੜੀ ਹੋ ਗਈ ਹੈ, ਜਿਹਦੇ ਕਾਰਨ ਸੂਬੇ ਵਿੱਚ ਕੋਲੇ ਦੀ ਘਾਟ ਕਾਰਨ ਬਿਜਲੀ ਸੰਕਟ ਤਾਂ ਪਹਿਲਾਂ ਹੀ ਬਣਿਆ ਹੋਇਆ ਹੈ ਤੇ ਹੁਣ ਪਿਛਲੇ ਕਈ ਦਿਨਾਂ ਤੋਂ ਨਹਿਰੀ ਬੰਦੀ ਹੈ ਜਿਹੜੀ ਉਹ ਵੀ ਚੱਲ ਰਹੀ ਹੈ, ਜਿਹਦੇ ਨਾਲ ਖੇਤਾਂ ਨੂੰ ਨਹਿਰੀ ਪਾਣੀ ਵੀ ਨਹੀਂ ਮਿਲ ਰਿਹਾ। ਟੱਲੇਵਾਲ ਇਲਾਕੇ ਦੇ ਪਿੰਡਾਂ ਤੋਂ ਲੰਘ ਰਹੀ ਬਠਿੰਡਾ ਬ੍ਰਾਂਚ ਦੀ ਨਹਿਰ ਕਈ ਦਿਨਾਂ ਤੋਂ ਬੰਦ ਪਈ ਹੈ। ਇਸ ਸੰਬੰਧੀ ਕਿਸਾਨ ਗੁਰਮੀਤ ਸਿੰਘ ਗਾਗੇਵਾਲ ਨੇ ਦੱਸਿਆ ਕਿ ਖੇਤੀ ਸੈਕਟਰ ਲਈ ਭਾਵੇਂ ਹਾਲੇ ਪਾਣੀ ਦੀ ਬਹੁਤੀ ਲੋੜ ਨਹੀਂ, ਪਰ 20 ਦਿਨਾਂ ਤੱਕ ਕਣਕ ਦੀ ਫਸਲ ਨੂੰ ਪਾਣੀ ਲੱਗਣਾ ਸ਼ੁਰੂ ਹੋ ਜਾਏਗਾ। ਜੇਕਰ ਉਸ ਵੇਲੇ ਕੋਲਾ ਪੰਜਾਬ 'ਚ ਨਾ ਪਹੁੰਚਿਆ ਤਾਂ ਖੇਤੀ ਲਈ ਵੱਡਾ ਸੰਕਟ ਹੋਵੇਗਾ, ਜਿਸ ਕਰਕੇ ਨਹਿਰੀ ਬੰਦੀ ਖਤਮ ਕਰਕੇ ਪਾਣੀ ਛੱਡਿਆ ਜਾਣਾ ਚਾਹੀਦਾ ਹੈ। ਬਿਜਲੀ ਸੰਕਟ ਕਾਰਨ ਪਾਵਰਕਾਮ ਨੇ ਸ਼ਹਿਰੀ ਫੀਡਰ ਦੇ ਬਿਜਲੀ ਕੱਟ ਵੀ ਲਾਉਣੇ ਸ਼ੁਰੂ ਕਰ ਦਿੱਤੇ ਨੇ। ਅਜਿਹੇ ਹਾਲਾਤਾਂ ਵਿੱਚ ਖੇਤੀ ਸੈਕਟਰ ਲਈ ਬਿਜਲੀ ਦੇਣਾ ਵੱਡੀ ਚੁਣੌਤੀ ਬਣ ਸਕਦਾ ਹੈ। ਅਗਲੀ ਖਬਰ ਤੁਹਾਨੂੰ ਸੰਗਰੂਰ ਤੋਂ ਦੱਸਦੇ ਹਾਂ, ਜਿੱਥੇ ਪਿੰਡ ਫੰਮਣਵਾਲ ਤੇ ਹੋਰ ਪਿੰਡਾਂ ਦੇ ਵਿੱਚ ਕਿਸਾਨ ਬੀਬੀਆਂ ਨੇ ਵੱਡੀ ਰੋਸ ਰੈਲੀ ਕੱਢੀ। ਘਰਾਂ ਦੇ ਵਿੱਚ ਜਿਹੜੇ ਹਾਲੇ ਤੱਕ ਕਿਸਾਨ ਤੇ ਕਿਸਾਨ ਬੀਬੀਆਂ ਬੈਠੀਆਂ ਨੇ, ਉਹਨਾਂ ਨੂੰ ਜਗਾਉਣ ਦੇ ਲਈ ਇਹਨਾਂ ਨੇ ਬਸੰਤੀ ਰੰਗ ਦੇ ਦੁਪੱਟੇ ਸਿਰਾਂ ਦੇ ਉੱਤੇ ਲੈ ਕੇ ਕੇਂਦਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਅਤੇ ਸਵਾਲ ਵੀ ਪੁੱਛੇ ਕਿ ਜਦੋਂ ਅਸੀਂ 40-45 ਦਿਨਾਂ ਤੋਂ ਘਰਾਂ ਚੋਂ ਬਾਹਰ ਨਿਕਲ ਕੇ ਸੜਕਾਂ ਦੇ ਉੱਤੇ ਬੈਠੀਆਂ ਤਾਂ ਤੁਸੀਂ ਕਿਉਂ ਨਹੀਂ ਨਿਕਲ ਰਹੇ। ਇਹ ਜਿਹੜੇ ਕੇਂਦਰ ਦੀ ਖੇਤੀ ਕਾਨੂੰਨ ਨੇ, ਇਹਦੇ ਨਾਲ ਪੰਜਾਬ ਦੇ ਬੱਚੇ ਨੂੰ ਅਸਰ ਹੋਣਾ ਹੈ, ਉਸ ਦੇ ਭਵਿੱਖ ਦੇ ਧੁੰਦਲਾ ਹੋਣ ਦੇ ਪੂਰੇ ਆਸਾਰ ਨੇ। ਫਿਰ ਕਿਉਂ ਸਾਰੇ ਪੰਜਾਬੀ ਇਕੱਠੇ ਨਹੀਂ ਹੋ ਰਹੇ? ਲੋਕ ਧੌਲ ਨਹੀਂ ਥੰਮਣਗੇ, ਕਰ ਯੋਧੇ ਜੰਮਣਗੇ, ਕਰ ਯੋਧੇ ਜੰਮਣਗੇ। ਵੱਖ-ਵੱਖ ਪੰਜਾਬ ਦੇ ਵਿੱਚ ਮੋਰਚੇ ਚੱਲ ਰਹੇ ਆ। ਸਾਡੀਆਂ ਮਾਵਾਂ ਭੈਣਾਂ ਨੂੰ ਬੇਨਤੀ ਕਰਦੇ ਆ, ਤੁਹਾਡੇ ਨਾਲ ਸਾਡੀਆਂ ਮਾਵਾਂ ਤੇ ਭੈਣਾਂ, ਸਾਡੀਆਂ ਧੀਆਂ ਗੱਲਬਾਤ ਕਰਨ ਵਾਸਤੇ ਆਈਆਂ ਨੇ ਵੀ ਤੁਸੀਂ ਕਿਉਂ ਨਹੀਂ ਜਾਂਦੀਆਂ ਉੱਥੇ। ਇਹ ਗੱਲਬਾਤ ਸਾਂਝੀ ਕਰਨੀ ਆ, ਤੁਸੀਂ ਘਰਾਂ ਚੋਂ ਬਾਹਰ ਨਿਕਲ ਕੇ ਆ ਕੇ ਉਹਨਾਂ ਦੀ ਗੱਲਬਾਤ ਸੁਣੋ। ਇਹ ਗੱਲ ਸਾਂਝੀ ਕਰਨੀ ਆ ਤੁਹਾਡੇ ਨਾਲ ਸਾਡੀਆਂ ਮਾਵਾਂ ਤੇ ਭੈਣਾਂ ਨੇ। ਆਪਣੀ ਰਾਖੀ ਦੀ ਕਰੋ ਤਿਆਰੀ, ਕੱਢੀ ਰੱਖੇ ਜਨਤਾ ਸਾਰੀ, ਇਹ ਪ੍ਰੋਗਰਾਮ ਦੇ ਵਿੱਚ ਵੀਰੋ ਘਰ ਘਰ ਨੂੰ ਇੱਕ ਨੂੰ ਕੁੰਡਾ ਖੜਕਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਇੱਕ ਮਾਈ ਨੂੰ ਘਰੋਂ ਪ੍ਰੋਗਰਾਮ ਦਾ ਸੱਦਾ ਦਿੱਤਾ ਜਾ ਰਿਹਾ ਹੈ। ਕਾਲੇ ਝਾੜ ਟੋਲ ਪਲਾਜ਼ੇ ਤੋਂ ਬਲਾਕ ਭਵਾਨੀਗੜ੍ਹ ਦੇ ਵਿੱਚੋਂ ਮਾਈਆਂ ਨੇ ਪਿੰਡ ਫੰਮਣਵਾਲ ਦੇ ਵਿੱਚ ਮਾਈਆਂ ਨੂੰ ਘਰ ਘਰ ਜਾ ਕੇ ਜਾਗਰੂਕ ਕੀਤਾ ਹੈ। ਇੱਕ ਘਰੇ ਮਾਈਆਂ ਨੇ ਫਿਰ ਕੇ ਵੀਰੋ ਸੋ ਇਹ ਪ੍ਰੋਗਰਾਮ ਦੇ ਵਿੱਚ ਵੀਰੋ ਇੱਕ ਘਰੇ ਕੁੰਡਾ ਖੜਕਾ ਕੇ ਸਾਡੀਆਂ ਮਾਵਾਂ ਕੱਲੇ ਬੇਨਤੀ ਕਰਨ ਆਈਆਂ ਨੇ। ਘਰ ਨੂੰ ਸਪੈਸ਼ਲ ਜਾਗਰੂਕ ਕੀਤਾ ਜਾ ਰਿਹਾ ਹੈ। ਇੱਕ ਘਰੇ ਅਸੀਂ ਕਾਲੇ ਝਾੜ ਟੂਲ ਪਲਾਜ਼ੇ ਤੇ ਬਹੁਤ ਦਿਨਾਂ ਤੋਂ ਲੜਾਈ ਲੜ ਰਹੇ ਹਾਂ ਮਾਈਆਂ ਦੁਆਰਾ। ਤੁਸੀਂ ਕਿਉਂ ਨਹੀਂ ਜਾਂਦੀਆਂ? ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਹੈ ਸਾਰੀ। ਘਰਾਂ ਤੋਂ ਬਾਹਰ ਨਿਕਲ ਕੇ ਗੱਲਬਾਤ ਸੁਣੋ, ਅੰਦਰ ਨਾ ਵੜੋ। ਆਪਣੇ ਦੁੱਖਾਂ ਦਰਦਾਂ ਦੀ ਗੱਲ ਹੈ ਜਿਹੜੀ ਉਹ ਸਾਂਝੀ ਕਰਨੀ ਹੈ ਤੁਹਾਡੇ ਨਾਲ ਸਾਰੀ। ਤੁਸੀਂ ਆਪਣੇ ਘਰਾਂ ਚੋਂ ਬਾਹਰ ਨਿਕਲੋ, ਬਾਹਰ ਨਿਕਲ ਕੇ ਗੱਲਬਾਤ ਸੁਣੋ। ਸਾਡੀਆਂ ਮਾਵਾਂ ਤੇ ਭੈਣਾਂ ਨੂੰ ਬੇਨਤੀ ਕਰਨ ਆਈਆਂ ਨੇ, ਸਾਡੀਆਂ ਮਾਵਾਂ ਤੇ ਭੈਣਾਂ। ਅਗਲੀ ਖਬਰ ਤਰਨਤਾਰਨ ਤੋਂ ਹੈ, ਜਿੱਥੇ ਮਾਨੋ ਚਾਹਲ ਦੇ ਵਿੱਚ ਕਰਜ਼ੇ ਤੋਂ ਪਰੇਸ਼ਾਨ ਇੱਕ ਹੋਰ ਕਿਸਾਨ ਸੁਖਵਿੰਦਰ ਸਿੰਘ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਕਿਸਾਨ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਨੇ ਪੰਜਾਬ ਐਂਡ ਸਿੰਧ ਬੈਂਕ ਤੋਂ 7 ਲੱਖ ਰੁਪਏ ਕਰਜ਼ਾ ਲਿਆ ਸੀ। ਸਮੇਂ-ਸਮੇਂ ਤੇ ਮੋੜਦੇ ਵੀ ਰਹੇ, ਪਰ ਵਿਆਜ ਇੰਨਾ ਜ਼ਿਆਦਾ ਵੱਧ ਗਿਆ ਕਿ ਇਹ ਹੁਣ ਕਰਜ਼ਾ 7 ਲੱਖ ਤੋਂ ਵੱਧ ਕੇ 9 ਲੱਖ ਹੋ ਗਿਆ ਹੈ ਤੇ ਭਰਿਆ ਵੀ ਕਿੰਨਾ ਸੀ, ਫਿਰ ਵੀ 9 ਲੱਖ ਖੜਾ ਹੈ, ਜਿਸ ਕਾਰਨ ਉਸਦੇ ਪਿਤਾ ਪਰੇਸ਼ਾਨੀ ਵਿੱਚ ਰਹਿ ਰਹੇ ਸੀ ਤੇ ਉਹਨਾਂ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਅਗਲੀ ਖਬਰ ਹਰਿਆਣਾ ਤੋਂ ਹੈ, ਜਿੱਥੇ ਸਿਰਸਾ ਦੇ ਕਿਸਾਨਾਂ ਨੇ 16 ਨਵੰਬਰ ਨੂੰ ਲੋਕ ਮਹਾਪੰਚਾਇਤ ਸੱਦੀ ਹੈ।
ਕਿਸਾਨ ਤਾਲਮੇਲ ਕਮੇਟੀ ਨੇ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਲੋਕ ਮਹਾਪੰਚਾਇਤ ਸੱਦੀ ਹੈ। ਇਸ ਮਹਾਪੰਚਾਇਤ ਵਿੱਚ ਪੂਰੇ ਹਰਿਆਣਾ ਤੋਂ ਹਜ਼ਾਰਾਂ ਕਿਸਾਨਾਂ ਦੇ ਆਉਣ ਦਾ ਦਾਅਵਾ ਕੀਤਾ ਗਿਆ। ਹਰਿਆਣਾ ਕਿਸਾਨ ਤਾਲਮੇਲ ਕਮੇਟੀ ਦੇ ਲੀਡਰ ਮਨਦੀਪ ਨਾਥਵਾਨ ਨੇ ਦੱਸਿਆ ਕਿ ਉਹਨਾਂ ਦਾ ਸ਼ਹੀਦ ਭਗਤ ਸਿੰਘ ਸਟੇਡੀਅਮ 'ਚ ਲਾਇਆ ਗਿਆ ਪੱਕਾ ਮੋਰਚਾ ਤੇ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕੇਂਦਰ ਸਰਕਾਰ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਲੈਂਦੀ। 16 ਨਵੰਬਰ ਦੀ ਮਹਾਪੰਚਾਇਤ ਤੋਂ ਬਾਅਦ 21 ਨਵੰਬਰ ਨੂੰ ਫਤਿਹਾਬਾਦ ਵਿੱਚ ਕਿਸਾਨ ਰੈਲੀ ਕਰਨਗੇ, ਜਿਹਦੇ ਵਿੱਚ 26 ਤੇ 27 ਨਵੰਬਰ ਨੂੰ ਦਿੱਲੀ ਚੱਲੋ ਅੰਦੋਲਨ ਦੀ ਰਣਨੀਤੀ ਹੈ ਜਿਹੜੀ ਉਹ ਤਿਆਰ ਕੀਤੀ ਜਾਏਗੀ। ਅਗਲੀ ਖਬਰ ਹੈ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਇੱਕ ਝਟਕਾ ਦਿੱਤਾ ਹੈ ਕਿਉਂਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਜਾਂਚ ਏਜੰਸੀ CBI ਖਿਲਾਫ ਇੱਕ ਫੈਸਲਾ ਲੈਂਦਿਆਂ CBI ਨੂੰ ਹੁਕਮ ਦਿੱਤੇ ਨੇ ਕਿ CBI ਨੂੰ ਪੰਜਾਬ 'ਚ ਕੋਈ ਵੀ ਕੇਸ ਰਜਿਸਟਰਡ ਕਰਨ ਤੋਂ ਪਹਿਲਾਂ ਸੂਬਾ ਸਰਕਾਰ ਦੀ ਯਾਨੀ ਕਿ ਕੈਪਟਨ ਸਰਕਾਰ ਦੀ ਮਨਜ਼ੂਰੀ ਲੈਣੀ ਹੋਵੇਗੀ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਹੁਕਮਾਂ ਤੇ CBI ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਕਿਸੇ ਵੀ ਕੇਸ ਦੀ ਜਾਂਚ ਕਰ ਸਕਦੀ ਸੀ। ਪੰਜਾਬ ਸਰਕਾਰ ਦੇ ਐਡੀਸ਼ਨਲ ਚੀਫ ਸਕੱਤਰ ਗ੍ਰਹਿ ਵਿਭਾਗ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤੇ ਇਸ ਹੁਕਮ ਤੋਂ ਬਾਅਦ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਿਚਾਲੇ ਖਿੱਚੋਤਾਣ ਹੋਰ ਵੀ ਵੱਧ ਸਕਦੀ ਹੈ, ਜਿਹੜੀ ਕਿ ਪਹਿਲਾਂ ਹੀ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੀ ਹੈ। ਹਾਲਾਂਕਿ ਵਿਰੋਧੀ ਪਾਰਟੀਆਂ ਕੈਪਟਨ ਅਮਰਿੰਦਰ ਸਿੰਘ ਦੀ ਮੋਦੀ ਸਰਕਾਰ ਦੇ ਨਾਲ ਮਿਲੀ ਭੁਗਤ ਦੇ ਦੋਸ਼ ਵੀ ਲਾਉਂਦੀਆਂ ਨੇ। ਅਗਲੀ ਖਬਰ ਅਹਿਮ ਹੈ, ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਾਬ ਦੇ ਵਿਦਿਆਰਥੀਆਂ ਦੇ ਲਈ ਐਕੈਡੈਮਿਕ ਸਾਲ 2020-21 ਦੇ ਲਈ ਸਕੂਲ ਪੱਧਰੀ ਸਿਲੇਬਸ ਦੇ ਵਿੱਚ 30% ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਕੋਵਿਡ-19 ਦੀ ਮਹਾਮਾਰੀ ਦੇ ਕਾਰਨ ਰਵਾਇਤੀ ਸਕੂਲੀ ਸਿੱਖਿਆ ਨਾ ਦਿੱਤੇ ਜਾਣ ਦੇ ਮੱਦੇਨਜ਼ਰ ਕੀਤਾ ਗਿਆ। ਸਿਲੇਬਸ ਦੇ ਵਿੱਚ ਜਿਹੜੀ ਕਟੌਤੀ ਕੀਤੀ ਗਈ ਹੈ ਉਸ ਦਾ ਹਿੱਸਾ ਬੋਰਡ ਦੀ ਅਧਿਕਾਰਿਤ ਵੈਬਸਾਈਟ ਦੇ ਉੱਤੇ ਪਾ ਦਿੱਤਾ ਗਿਆ, ਜਿਸ ਨੂੰ ਵਿਦਿਆਰਥੀ ਚੈੱਕ ਕਰ ਸਕਦੇ ਨੇ। ਇਤਿਹਾਸ ਤੇ ਪੰਜਾਬੀ ਵਿਸ਼ਿਆਂ ਤੋਂ ਇਲਾਵਾ ਬਾਕੀ ਵਿਸ਼ਿਆਂ ਦੇ ਪਾਠਕ੍ਰਮ ਦੇ ਵਿੱਚ ਵੀ ਕਟੌਤੀ ਕੀਤੀ ਗਈ ਹੈ। ਮਾਰਚ 2021 ਦੇ ਇਮਤਿਹਾਨਾਂ ਦੇ ਪ੍ਰਸ਼ਨ ਪੱਤਰਾਂ ਦੀ ਬਣਤਰ ਵਿੱਚ ਵੀ ਤਬਦੀਲੀ ਕੀਤੀ ਜਾਏਗੀ ਕਿਉਂਕਿ ਸਕੂਲੀ ਸਿੱਖਿਆ ਨਾ ਦਿੱਤੇ ਜਾ ਸਕਣ ਕਾਰਨ ਮੁਲਾਂਕਣ ਦੀ ਬਣਤਰ ਵੀ ਰਵਾਇਤੀ ਨਹੀਂ ਰੱਖੀ ਜਾ ਸਕਦੀ। ਬੋਰਡ ਦੇ ਚੇਅਰਮੈਨ ਡਾਕਟਰ ਯੋਗਰਾਜ ਨੇ ਐਕੈਡੈਮਿਕ ਸ਼ਾਖਾ ਨੂੰ ਨਿਰਦੇਸ਼ ਦਿੱਤੇ ਨੇ ਕਿ ਪ੍ਰਸ਼ਨ ਪੇਪਰਾਂ ਦੀ ਨਵੀਂ ਬਣਤਰ ਅਤੇ ਉਸੇ ਤਰਜ਼ ਉੱਤੇ ਨਮੂਨੇ ਦੇ ਪ੍ਰਸ਼ਨ ਪੱਤਰ ਵੀ ਬੋਰਡ ਦੀ ਵੈਬਸਾਈਟ ਉੱਤੇ ਪਾਏ ਜਾਣ ਤਾਂ ਜੋ ਸਾਰੇ ਵਿਦਿਆਰਥੀ ਨੇ ਜਿਹੜੇ ਉਹ ਨਮੂਨਾ ਹਾਸਲ ਕਰ ਸਕਣ ਕਿ ਉਹਨਾਂ ਦੇ ਆਉਂਦੇ ਪੇਪਰਾਂ ਦੇ ਵਿੱਚ ਕਿਹੋ ਜਿਹੇ ਕੁਐਸਚਨ ਪੇਪਰ ਹੋਣਗੇ। ਡਾਕਟਰ ਯੋਗਰਾਜ ਨੇ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਤੇ ਕੋਆਰਡੀਨੇਟਰਾਂ ਦੇ ਵੱਲੋਂ ਪੰਜਾਬ ਭਰ ਦੇ ਸਕੂਲ ਅਧਿਆਪਕਾਂ, ਲੈਕਚਰਾਰਾਂ ਤੇ ਵਿਦਿਅਕ ਮਾਹਿਰਾਂ ਦੇ ਨਾਲ ਸਲਾਹ ਮਸ਼ਵਰੇ ਕਰਨ ਤੋਂ ਬਾਅਦ ਇਹ ਐਲਾਨ ਕੀਤਾ ਹੈ ਅਤੇ ਵੱਖ-ਵੱਖ ਸ਼੍ਰੇਣੀਆਂ ਦੇ ਇਤਿਹਾਸ ਤੇ ਪੰਜਾਬੀ ਤੋਂ ਇਲਾਵਾ ਬਾਕੀ ਵਿਸ਼ਿਆਂ ਦੇ ਪਾਠਕ੍ਰਮ ਦੇ ਵਿੱਚ ਕਟੌਤੀ ਪੱਤਰਾਂ ਦੀ ਸਮੀਖਿਆ ਕਰਨ ਤੋਂ ਬਾਅਦ ਆਦੇਸ਼ ਦਿੱਤੇ ਗਏ ਨੇ ਕਿ ਕੋਵਿਡ ਦੇ ਹਾਲਾਤਾਂ ਕਾਰਨ ਪ੍ਰਸ਼ਾਸਕੀ, ਆਰਥਿਕ ਤੇ ਐਕੈਡੈਮਿਕ ਤਬਦੀਲੀਆਂ ਦੇ ਮੱਦੇਨਜ਼ਰ ਸਿਲੇਬਸ ਦੇ ਵਿੱਚ ਵੀ 30% ਕਟੌਤੀ ਹੈ ਜਿਹੜੀ ਉਹ ਕੀਤੀ ਜਾਵੇਗੀ। ਸੋ ਵਿਦਿਆਰਥੀ ਇਹ ਜ਼ਰੂਰੀ ਨੋਟ ਕਰ ਲੈਣ ਕਿ ਜਿਹੜੀ ਤੁਹਾਡੇ ਸਿਲੇਬਸ ਦੇ ਵਿੱਚ ਕਟੌਤੀ ਕੀਤੀ ਗਈ ਹੈ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਿਹੜੀ ਅਧਿਕਾਰਿਤ ਵੈਬਸਾਈਟ ਹੈ ਉਸ ਦੇ ਉੱਤੇ ਜਾਣਕਾਰੀ ਦਿੱਤੀ ਹੋਈ ਹੈ, ਤੁਸੀਂ ਉੱਥੋਂ ਨੋਟ ਕਰ ਸਕਦੇ ਹੋ। ਅਗਲੀ ਅਹਿਮ ਖਬਰ ਹੈ ਕਿ ਪੰਜਾਬ ਸਰਕਾਰ ਨੇ ਅਨੰਦਪੁਰ ਸਾਹਿਬ ਵਿਖੇ ਸੁਸ਼ੋਭਿਤ ਵਿਰਾਸਤ-ਏ-ਖਾਲਸਾ ਨੂੰ 11 ਨਵੰਬਰ ਤੋਂ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਇੱਥੇ ਪ੍ਰਬੰਧਕਾਂ ਦੇ ਵੱਲੋਂ ਹੁਣ ਸਮੁੱਚੇ ਕੰਪਲੈਕਸ ਨੂੰ ਪੂਰੀ ਤਰ੍ਹਾਂ ਦੇ ਨਾਲ ਸੈਨੀਟਾਈਜ਼ ਕਰ ਦਿੱਤਾ ਗਿਆ ਹੈ। ਸੈਲਾਨੀਆਂ ਨੂੰ ਗ੍ਰਹਿ ਮੰਤਰਾਲੇ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਸਾਵਧਾਨੀਆਂ ਦੀ ਪਾਲਣਾ ਕਰਨੀ ਹੋਵੇਗੀ। ਵਿਰਾਸਤ-ਏ-ਖਾਲਸਾ ਮਾਰਚ 2020 ਤੋਂ ਲਗਾਤਾਰ ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਬਾਅਦ ਬੰਦ ਹੈ, ਪਰ ਕੈਪਟਨ ਸਰਕਾਰ ਨੇ 10 ਨਵੰਬਰ ਨੂੰ ਅਹਿਮ ਫੈਸਲਾ ਲੈਂਦੇ ਹੋਏ ਇਸ ਨੂੰ ਬੁੱਧਵਾਰ ਯਾਨੀ ਕਿ 11 ਨਵੰਬਰ ਤੋਂ ਮੁੜ ਤੋਂ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਅਗਲੀ ਖਬਰ ਯਾਤਰਾ ਦੇ ਨਾਲ ਜੁੜੀ ਹੋਈ ਹੈ। ਅੰਮ੍ਰਿਤਸਰ ਦੇ ਕੌਮਾਂਤਰੀ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੋਂ ਜਿਹੜੀ ਹਜ਼ੂਰ ਸਾਹਿਬ ਨੂੰ ਵਿਸ਼ੇਸ਼ ਉਡਾਣ ਜਾਂਦੀ ਸੀ ਉਹ ਵੀ ਕੋਰੋਨਾ ਵਾਇਰਸ ਦੀ ਮਹਾਮਾਰੀ ਕਰਕੇ ਬੰਦ ਸੀ, ਪਰ ਹੁਣ ਮੁੜ ਤੋਂ ਚਾਲੂ ਹੋ ਚੁੱਕੀ ਹੈ। 10 ਨਵੰਬਰ ਤੋਂ ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਲਈ ਠੱਪ ਹੋਈ ਹਵਾਈ ਸੇਵਾ ਮੁੜ ਤੋਂ ਸ਼ੁਰੂ ਹੋ ਚੁੱਕੀ ਹੈ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਾਂਦੀ 에ਅਰ ਇੰਡੀਆ ਦੀ ਉਡਾਣ ਹੁਣ ਹਫ਼ਤੇ ਵਿੱਚ 2 ਦਿਨ ਦੀ ਬਜਾਏ 3 ਦਿਨ ਚੱਲੇਗੀ। ਇਹ ਉਡਾਣ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਹਫ਼ਤੇ ਵਿੱਚ 3 ਦਿਨ ਉਡਾਣ ਭਰਿਆ ਕਰੇਗੀ ਅਤੇ ਜਿਹੜੇ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਤੋਂ ਜਾਂਦੀ ਸੰਗਤ ਜੋ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਚਾਹੁੰਦੀ ਹੈ ਜਾਂ ਜਾਂਦੀ ਸੀ, ਉਹਨਾਂ ਦੇ ਲਈ ਇਹ ਕਾਫੀ ਵੱਡੀ ਰਾਹਤ ਭਰੀ ਖਬਰ ਹੈ। ਅਗਲੀ ਖਬਰ ਮੋਗਾ ਤੋਂ ਹੈ, ਜਿੱਥੇ 22 ਸਾਲਾ ਗੀਤਾ ਕੌਰ ਨੂੰ ਪਹਿਲਾ ਬੱਚਾ ਹੋਣ ਤੇ 6 ਨਵੰਬਰ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਉਸ ਦੀ 2 ਦਿਨ ਬਾਅਦ ਹੀ ਮੌਤ ਹੋ ਗਈ। ਦਰਅਸਲ ਡਾਕਟਰਾਂ ਨੇ ਗੀਤਾ ਕੌਰ ਦਾ ਵੱਡਾ ਆਪਰੇਸ਼ਨ ਕੀਤਾ ਸੀ। ਲੜਕੀ ਦਾ ਜਨਮ ਹੋਇਆ 2 ਦਿਨ ਬਾਅਦ ਗੀਤਾ ਕੌਰ ਦੇ ਪੇਟ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ। ਫਰੀਦਕੋਟ ਹਸਪਤਾਲ ਵਿੱਚ ਰੈਫਰ ਕੀਤਾ ਗਿਆ, ਪਰ 1 ਦਿਨ ਬਾਅਦ ਹੀ ਫਰੀਦਕੋਟ ਹਸਪਤਾਲ ਦੇ ਵਿੱਚ 22 ਸਾਲਾ ਮਾਂ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਜਦੋਂ ਲੜਕੀ ਦੇ ਫੁੱਲ ਚੁਗੇ ਤਾਂ ਸੁਆਹ ਦੇ ਵਿੱਚੋਂ
ਕੈਂਚੀ ਬਰਾਮਦ ਹੋਈ। ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਡਾਕਟਰਾਂ ਦੀ ਅਣਗਹਿਲੀ ਕਾਰਨ ਲੜਕੀ ਦੇ ਪੇਟ ਵਿੱਚ ਕੈਂਚੀ ਰਹੀ, ਜਿਹਦੇ ਕਾਰਨ ਲੜਕੀ ਦੀ ਮੌਤ ਹੋ ਗਈ। ਸੋ ਇਹ ਵੱਡੀ ਲਾਪਰਵਾਹੀ ਹੈ ਤੇ ਇਹ ਕੋਈ ਪਹਿਲੀ ਵਾਰੀ ਵਾਪਰੀ ਘਟਨਾ ਨਹੀਂ ਹੈ। ਅਜਿਹੀਆਂ ਘਟਨਾਵਾਂ ਕਿੰਨੀ ਵਾਰ ਸਾਡੇ ਸਾਹਮਣੇ ਆਉਂਦੀਆਂ ਨੇ ਜਦੋਂ ਹਸਪਤਾਲਾਂ ਦੇ ਵਿੱਚ ਡਾਕਟਰ ਆਪਰੇਸ਼ਨ ਸਮੇਂ ਇੰਨੀਆਂ ਵੱਡੀਆਂ ਲਾਪਰਵਾਹੀਆਂ ਕਰਦੇ ਨੇ ਕਿ ਮਰੀਜ਼ ਦੇ ਢਿੱਡ ਦੇ ਵਿੱਚ ਹੀ ਸੰਦ ਔਜ਼ਾਰ ਛੱਡ ਦਿੰਦੇ ਨੇ ਤੇ ਉਸ ਔਜ਼ਾਰ ਦੀ ਇਨਫੈਕਸ਼ਨ ਦੇ ਨਾਲ ਇਨਸਾਨ ਦੀ ਮੌਤ ਤੱਕ ਹੋ ਜਾਂਦੀ ਹੈ। ਅਗਲੀ ਖਬਰ ਫੌਜੀਆਂ ਦੀ ਪੈਨਸ਼ਨ ਦੇ ਨਾਲ ਜੁੜੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਫੌਜੀ ਵਿੰਗ ਨੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਨ ਰਾਵਤ ਦੀ ਅਗਵਾਈ ਵਾਲੇ ਸੈਨਿਕ ਮਾਮਲੇ ਵਿਭਾਗ ਦੇ ਵੱਲੋਂ ਪਹਿਲਾਂ ਸੇਵਾ ਮੁਕਤੀ ਲੈਣ ਵਾਲੇ ਫੌਜੀਆਂ ਦੀ ਪੈਨਸ਼ਨ ਵਿੱਚ 50% ਦੀ ਕਟੌਤੀ ਕੀਤੇ ਜਾਣ ਦੀ ਤਜਵੀਜ਼ ਦਾ ਜ਼ੋਰਦਾਰ ਵਿਰੋਧ ਕੀਤਾ ਹੈ ਅਤੇ ਇਸ ਫੈਸਲੇ ਦੀ ਨਿਖੇਧੀ ਕੀਤੀ ਹੈ। ਸਾਬਕਾ ਫੌਜੀ ਵਿੰਗ ਦੇ ਲੀਡਰ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਇਸ ਤਰੀਕੇ ਦੇ ਨਾਲ ਸਾਬਕਾ ਫੌਜੀਆਂ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਸਾਰੇ ਫੌਜੀ 20 ਸਾਲ ਦੀ ਸੇਵਾ ਪੂਰੀ ਹੋਣ ਤੇ ਅਤੇ ਜੂਨੀਅਰ ਕਮਿਸ਼ਨ ਅਫਸਰ ਤੇ ਜਵਾਨ 15 ਸਾਲ ਦੀ ਸੇਵਾ ਪੂਰੀ ਹੋਣ ਤੇ ਅਗਾਊਂ ਸੇਵਾ ਮੁਕਤੀ ਲੈਂਦੇ ਨੇ, ਜਿਨ੍ਹਾਂ ਨੂੰ ਪੂਰੀ ਪੈਨਸ਼ਨ ਦਾ ਲਾਭ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹਨਾਂ ਦੀ ਪੈਨਸ਼ਨ ਵਿੱਚ 50% ਦੀ ਕਟੌਤੀ ਕਰਨ ਦਾ ਮਤਲਬ ਸਾਬਕਾ ਫੌਜੀਆਂ ਦੀ ਪਿੱਠ ਵਿੱਚ ਛੁਰਾ ਮਾਰਨਾ ਹੈ, ਜੋ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਸਿੱਧੂ ਨੇ ਕਿਹਾ ਕਿ ਚੀਫ ਆਫ ਡਿਫੈਂਸ ਸਟਾਫ ਨੂੰ ਸਾਰੇ ਮੌਜੂਦਾ ਤੇ ਸਾਬਕਾ ਫੌਜੀਆਂ ਦੇ ਪਰਿਵਾਰਾਂ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ, ਨਾ ਕਿ ਆਪਣੇ ਸਿਆਸੀ ਅਕਾਵਾਂ ਨੂੰ ਖੁਸ਼ ਕਰਨ ਵਾਸਤੇ ਤਜਵੀਜ਼ਾਂ ਬਣਾਉਣੀਆਂ ਚਾਹੀਦੀਆਂ ਨੇ। ਉਨ੍ਹਾਂ ਕਿਹਾ ਕਿ ਫੌਜ ਦੇ ਵਿੱਚ ਭਰਤੀ ਹੋਣ ਵਾਲੇ ਜਿੰਨੇ ਵੀ ਨੌਜਵਾਨ ਜਾਂ ਫਿਰ ਅਫਸਰ ਨੇ, ਉਹ ਆਪਣੀ ਜਾਨ ਤਲੀ ਤੇ ਰੱਖ ਕੇ ਦੇਸ਼ ਦੀ ਸੇਵਾ ਕਰਦੇ ਨੇ ਤੇ ਉਹਨਾਂ ਨਾਲ ਅਜਿਹਾ ਵਿਤਕਰਾ ਬਿਲਕੁਲ ਵੀ ਜਾਇਜ਼ ਨਹੀਂ ਹੈ ਅਤੇ ਬਰਦਾਸ਼ਤ ਕਰਨ ਯੋਗ ਨਹੀਂ ਹੈ। ਖਬਰ ਪਟਿਆਲਾ ਤੋਂ ਹੈ, ਜਿੱਥੇ ਵਨ ਰੇਂਜ ਅਫਸਰ ਦੇ ਦਫ਼ਤਰ ਮੂਹਰੇ ਔਰਤਾਂ ਵੱਲੋਂ ਚੱਲ ਰਿਹਾ ਪੱਕਾ ਮੋਰਚਾ 22ਵੇਂ ਦਿਨ ਵਿੱਚ ਦਾਖਲ ਹੋ ਗਿਆ। ਸੰਘਰਸ਼ਕਾਰੀ ਬੀਬੀਆਂ ਦਾ ਦੋਸ਼ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਉਹਨਾਂ ਦੀ ਸਾਰ ਨਹੀਂ ਲਈ। ਉਹਨਾਂ ਦੋਸ਼ ਲਾਇਆ ਕਿ ਉਹ ਆਪਣੀ ਬਹਾਲੀ ਲਈ ਸਰਕਾਰ ਤੇ ਜੰਗਲਾਤ ਮੈਨੇਜਮੈਂਟ ਦਾ ਪਿੱਟ ਸਿਆਪਾ ਕਰ ਰਹੀਆਂ ਨੇ। ਪੰਜਾਬ ਦੀਆਂ ਅਹਿਮ ਖਬਰਾਂ ਦੇ ਵਿੱਚ ਅਗਲੀ ਖਬਰ ਬੜੀ ਜ਼ਰੂਰੀ ਹੈ, ਕਿਉਂਕਿ ਪੰਜਾਬ ਦੇ ਵਿੱਚ ਦੀਵਾਲੀ ਵਾਲੇ ਦਿਨ ਸਿਰਫ 2 ਘੰਟੇ ਹੀ ਪਟਾਕੇ ਚਲਾਉਣ ਦੀ ਛੋਟ ਦਿੱਤੀ ਹੈ। ਪੰਜਾਬ ਸਰਕਾਰ ਨੇ ਇਹ ਆਦੇਸ਼ NGT ਦੇ ਹੁਕਮਾਂ ਤੋਂ ਬਾਅਦ ਦਿੱਤਾ ਹੈ। ਦੀਵਾਲੀ ਵਾਲੇ ਦਿਨ ਰਾਤ ਨੂੰ 8 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਣਗੇ। ਗੁਰਪੁਰਬ ਵਾਲੇ ਦਿਨ ਸਵੇਰੇ 4 ਵਜੇ ਤੋਂ 5 ਵਜੇ ਤੱਕ ਤੇ ਰਾਤ 9 ਵਜੇ ਤੋਂ 10 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਛੋਟ ਦਿੱਤੀ ਗਈ ਹੈ। ਕ੍ਰਿਸਮਸ ਮੌਕੇ ਰਾਤ ਨੂੰ 11:55 ਤੋਂ 12:30 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਛੋਟ ਦਿੱਤੀ ਗਈ ਹੈ ਤੇ ਪੰਜਾਬ ਦੇ ਵਿੱਚ ਸਿਰਫ ਗ੍ਰੀਨ ਪਟਾਕੇ ਚਲਾਉਣ ਦੀ ਹੀ ਇਜਾਜ਼ਤ ਦਿੱਤੀ ਗਈ ਹੈ, ਯਾਨੀ ਕਿ ਜਿਨ੍ਹਾਂ ਪਟਾਕਿਆਂ ਦਾ ਪ੍ਰਦੂਸ਼ਣ ਬਹੁਤ ਘੱਟ ਹੁੰਦਾ ਹੈ, ਸਿਰਫ ਉਹੀ ਪਟਾਕੇ ਵੇਚੇ ਜਾ ਸਕਣਗੇ ਤੇ ਉਹੀ ਪਟਾਕੇ ਚਲਾਏ ਜਾ ਸਕਣਗੇ। ਮੰਡੀ ਗੋਬਿੰਦਗੜ੍ਹ ਦੇ ਵਿੱਚ ਪਟਾਕਿਆਂ ਦੇ ਉੱਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ, ਕਿਉਂਕਿ ਮੰਡੀ ਗੋਬਿੰਦਗੜ੍ਹ ਅਤ ਪ੍ਰਦੂਸ਼ਣ ਵਾਲਾ ਜਿਹੜਾ ਸ਼ਹਿਰਾਂ ਦੇ ਵਿੱਚ ਗਿਣਿਆ ਗਿਆ ਹੈ। ਸੋ ਪੰਜਾਬ ਦੇ ਵਿੱਚ ਸਿਰਫ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਹੈ, 2 ਘੰਟੇ ਪਟਾਕੇ ਚਲਾਉਣ ਦੀ ਇਜਾਜ਼ਤ ਹੈ। ਦੀਵਾਲੀ, ਗੁਰਪੁਰਬ ਤੇ ਕ੍ਰਿਸਮਸ ਮੌਕੇ ਨਿਯਮਾਂ ਦੀ ਉਲੰਘਣਾ ਕਰਨ ਤੇ ਕਾਰਵਾਈ ਹੋਵੇਗੀ। ਤੇ ਹੁਣ ਚੰਡੀਗੜ੍ਹ ਦੀ ਗੱਲ ਕਰ ਲਈਏ ਤਾਂ UT ਪ੍ਰਸ਼ਾਸਨ ਨੇ ਦੀਵਾਲੀ ਮੌਕੇ ਸ਼ਹਿਰ ਵਿੱਚ ਪਟਾਕੇ ਤੇ ਆਤਿਸ਼ਬਾਜ਼ੀ ਵੇਚਣ ਤੇ ਚਲਾਉਣ ਉੱਤੇ ਸਖਤ ਪਾਬੰਦੀ ਲਾਈ ਹੋਈ ਹੈ। ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਪਟਾਕਿਆਂ ਦੀਆਂ ਦੁਕਾਨਾਂ ਲਾਉਣ ਲਈ ਲਾਇਸੈਂਸ ਜਾਰੀ ਕਰਨ ਵਾਸਤੇ ਵਸੂਲੀ ਗਈ ਫੀਸ ਵਪਾਰੀਆਂ ਨੂੰ ਵਾਪਸ ਕਰ ਦਿੱਤੀ ਜਾਏਗੀ। ਪੰਜਾਬ ਦੇ ਰਾਜਪਾਲ ਤੇ UT ਦੇ ਪ੍ਰਸ਼ਾਸਕ VP ਸਿੰਘ ਬਦਨੌਰ ਨੇ COVID-19 ਦੀ ਸਮੀਖਿਆ ਬੈਠਕ ਦੀ ਅਗਵਾਈ ਕਰਦਿਆਂ ਇਹ ਐਲਾਨ ਕੀਤਾ ਹੈ। ਪ੍ਰਸ਼ਾਸਕ ਨੇ ਕੋਰੋਨਾ ਵਾਇਰਸ ਦੇ ਕੇਸਾਂ ਦੀ ਵਧ ਰਹੀ ਗਿਣਤੀ ਦੇ ਮੱਦੇਨਜ਼ਰ ਦੀਵਾਲੀ ਦੇ ਜਸ਼ਨਾਂ ਦੌਰਾਨ ਸਾਵਧਾਨੀ ਵਰਤਣ ਅਤੇ COVID ਦੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਨੇ, ਤਾਂ ਜੋ ਕੋਰੋਨਾ ਵਾਇਰਸ ਦੇ ਕੇਸਾਂ ਨੂੰ ਵਧਣ ਤੋਂ ਰੋਕਿਆ ਜਾ ਸਕੇ। ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਇਹ ਵੀ ਹੁਕਮ ਦਿੱਤਾ ਹੈ ਕਿ ਜੋ ਵੀ ਪਟਾਕਿਆਂ ਤੇ ਲੱਗੀ ਪੂਰਨ ਪਾਬੰਦੀ ਵਾਲੇ ਨਿਯਮ ਦੀ ਉਲੰਘਣਾ ਕਰਨਗੇ, ਉਹਨਾਂ ਸਾਰਿਆਂ ਦੇ ਚਲਾਨ ਕੱਟੇ ਜਾਣਗੇ। ਜਿਹੜੇ ਵੇਚਣਗੇ ਪਟਾਕੇ, ਉਹਨਾਂ ਦੇ ਚਲਾਨ ਕੱਟੇ ਜਾਣਗੇ ਅਤੇ ਜਿਹੜੇ ਪਟਾਕੇ ਚਲਾਉਣਗੇ, ਉਹਨਾਂ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਅਗਲੀ ਖਬਰ ਵੀ ਬਹੁਤ ਜ਼ਰੂਰੀ ਖਬਰ ਹੈ। ਬੈਂਕਾਂ ਦੇ ਵਿੱਚ ਜਿਨ੍ਹਾਂ ਦੇ ਖਾਤੇ ਨੇ, ਉਹਨਾਂ ਦੇ ਲਈ ਬੜੀ ਜ਼ਰੂਰੀ ਖਬਰ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇੰਡੀਅਨ ਬੈਂਕਸ ਐਸੋਸੀਏਸ਼ਨ ਦੀ 73ਵੀਂ ਸਾਲਾਨਾ ਆਮ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੈਂਕਾਂ ਨੂੰ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਪੂਰੇ ਦੇਸ਼ ਦੇ ਵਿੱਚ ਸਾਰੇ ਨਾਗਰਿਕਾਂ ਦੇ ਖਾਤੇ 31 ਮਾਰਚ 2021 ਤੱਕ ਆਧਾਰ ਨੰਬਰ ਦੇ ਨਾਲ ਜੋੜ ਦਿੱਤੇ ਜਾਣ। ਹਰੇਕ ਖਾਤਾ ਜਿੱਥੇ ਲੋੜ ਹੈ ਉੱਥੇ ਪੈਨ ਨੰਬਰ ਨਾਲ ਜੁੜਿਆ ਵੀ ਹੋਣਾ ਚਾਹੀਦਾ ਹੈ। ਮੰਤਰੀ ਨੇ ਕਿਹਾ ਕਿ ਬੈਂਕ ਗੈਰ ਡਿਜੀਟਲ ਭੁਗਤਾਨ ਨੂੰ ਘਟਾਉਣ, ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਭਾਰਤ ਵੱਡੇ ਬੈਂਕਾਂ ਉੱਪਰ ਜ਼ੋਰ ਦੇ ਰਿਹਾ ਹੈ, ਯਾਨੀ ਕਿ ਪੂਰੇ ਭਾਰਤ ਦੇ ਵਿੱਚ ਸਾਰੇ ਗਾਹਕਾਂ ਦੇ ਖਾਤੇ 31 ਮਾਰਚ 2021 ਤੱਕ ਆਧਾਰ ਨਾਲ ਜੋੜਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਉਧਰ ਕੇਂਦਰੀ ਕਰਮਚਾਰੀਆਂ ਦੇ ਲਈ ਵੀ ਇੱਕ ਖੁਸ਼ਖਬਰੀ ਹੈ। ਦੁਸ਼ਹਿਰੇ ਤੋਂ ਬਾਅਦ ਦੀਵਾਲੀ ਦੇ ਮੌਕੇ ਸਰਕਾਰ ਕਰਮਚਾਰੀਆਂ ਨੂੰ ਵੱਡਾ ਤੋਹਫਾ ਕਹਿੰਦੇ ਦੇਣ ਜਾ ਰਹੀ ਹੈ। ਕਰਮਚਾਰੀਆਂ ਨੂੰ ਸਰਕਾਰ ਵੱਲੋਂ 10,000 ਰੁਪਏ ਦਾ ਉਤਸਵ ਕਾਰਡ ਦਿੱਤਾ ਜਾਏਗਾ। ਵਿੱਤ ਮੰਤਰਾਲੇ ਨੇ ਸਾਰੇ ਵਿਭਾਗਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਨੇ। ਇਹ ਉਤਸਵ ਕਾਰਡ
ਕਾਰਡ ਨੂੰ SBI ਜਾਰੀ ਕਰੇਗਾ। ਕੇਂਦਰ ਨੇ ਦੁਸਹਿਰੇ ਮੌਕੇ ਵੀ ਕਰਮਚਾਰੀਆਂ ਨੂੰ ਤੋਹਫਾ ਦਿੱਤਾ ਸੀ। ਉਹਨਾਂ ਸਾਰੇ ਕਰਮਚਾਰੀਆਂ ਨੂੰ ਵਿਆਜ ਮੁਕਤ 10,000 ਰੁਪਏ ਦਾ ਐਡਵਾਂਸ ਦੇਣ ਦਾ ਐਲਾਨ ਕੀਤਾ ਸੀ। ਇਸ ਰਾਸ਼ੀ ਨੂੰ ਕਰਮਚਾਰੀ 10 ਕਿਸ਼ਤਾਂ ਵਿੱਚ ਵਾਪਸ ਕਰ ਸਕਦੇ ਨੇ। ਪੂਰੇ ਭਾਰਤ ਦੀਆਂ ਖਬਰਾਂ ਦੇ ਵਿੱਚ ਅੱਜ ਵੋਟਾਂ ਦੇ ਨਾਲ ਚੋਣ ਨਤੀਜਿਆਂ ਦੇ ਨਾਲ ਜੁੜੀਆਂ ਖਬਰਾਂ ਨੇ। ਸਭ ਤੋਂ ਪਹਿਲਾਂ ਹਰਿਆਣਾ ਤੋਂ ਖਬਰ ਦੱਸਾਂਗੇ, ਜਿੱਥੇ ਬਰੋਦਾ ਜ਼ਿਮਨੀ ਚੋਣ ਦੇ ਵਿੱਚ BJP ਨੂੰ ਵੱਡਾ ਝਟਕਾ ਲੱਗਿਆ। ਇੱਥੇ BJP JJP ਉਮੀਦਵਾਰ ਨੂੰ ਯੋਗੇਸ਼ਵਰ ਦੱਤ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਇੰਦਰਾਜ ਨਰਵਾਲ ਨੇ ਜਿੱਤ ਹਾਸਲ ਕੀਤੀ ਹੈ ਅਤੇ ਯੋਗੇਸ਼ਵਰ ਦੱਤ ਨੂੰ ਹਰਾ ਦਿੱਤਾ ਹੈ। ਬਰੋਦਾ ਜ਼ਿਮਨੀ ਚੋਣ ਵਿੱਚ BJP JJP ਗੱਠਜੋੜ ਤੋਂ ਪਹਿਲਵਾਨ ਯੋਗੇਸ਼ਵਰ ਦੱਤ, ਕਾਂਗਰਸ ਤੋਂ ਇੰਦਰਾਜ ਨਰਵਾਲ, ਇਨਾਲੋ ਤੋਂ ਜੋਗਿੰਦਰ ਮਲਕ, ਲਸੂਪਾ ਤੋਂ ਰਾਜਕੁਮਾਰ ਸੈਣੀ ਸਮੇਤ 14 ਉਮੀਦਵਾਰ ਮੈਦਾਨ ਵਿੱਚ ਸਨ। ਹੁਣ ਗੱਲ ਕਰ ਲੈਂਦੇ ਹਾਂ ਬਿਹਾਰ ਵਿਧਾਨ ਸਭਾ ਚੋਣਾਂ ਦੀ। ਇਹਨਾਂ ਚੋਣ ਨਤੀਜਿਆਂ ਦੇ ਉੱਤੇ ਸਭ ਦੀ ਨਜ਼ਰ ਟਿਕੀ ਹੋਈ ਹੈ, ਪਰ ਬਿਹਾਰ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਦੇਰ ਰਾਤ ਤੱਕ ਹੀ ਬਿਹਾਰ ਦੇ ਵਿੱਚ ਚੋਣਾਂ ਦੀ ਜਿਹੜੀ ਵੋਟਾਂ ਦੀ ਗਿਣਤੀ ਹੈ ਉਹ ਪੂਰੀ ਹੋ ਸਕੇਗੀ। ਬਿਹਾਰ ਦੇ ਮੁੱਖ ਚੋਣ ਅਧਿਕਾਰੀ HR ਸ੍ਰੀਨਿਵਾਸ ਨੇ ਕਿਹਾ ਕਿ ਇਸ ਵਾਰ ਤਕਰੀਬਨ 4 ਕਰੋੜ 10 ਲੱਖ ਵੋਟਾਂ ਪਈਆਂ ਨੇ ਤੇ ਹੁਣ ਤੱਕ 92 ਲੱਖ ਵੋਟਾਂ ਦੀ ਗਿਣਤੀ ਕੀਤੀ ਜਾ ਚੁੱਕੀ ਹੈ। ਪਹਿਲਾਂ ਇੱਥੇ ਵੋਟਾਂ ਦੀ ਗਿਣਤੀ ਦੇ 25-26 ਗੇੜ ਹੁੰਦੇ ਸੀ। ਇਸ ਵਾਰ ਕਰੋਨਾ ਕਾਰਨ ਪੋਲਿੰਗ ਸੈਂਟਰਾਂ ਦੀ ਗਿਣਤੀ ਵੱਧ ਸੀ, ਜਿਸ ਲਈ 1,25,000 EVM ਮਸ਼ੀਨਾਂ ਦੀ ਵਰਤੋਂ ਕੀਤੀ ਗਈ। ਕਮਿਸ਼ਨ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਹੌਲੀ-ਹੌਲੀ ਨਹੀਂ ਹੋ ਰਹੀ, ਪਰ ਫਿਰ ਵੀ EVM ਦੀ ਗਿਣਤੀ ਵਿੱਚ ਵਾਧਾ ਹੋਣ ਕਾਰਨ ਇਹ ਗਿਣਤੀ ਲੇਟ ਹੋ ਰਹੀ ਹੈ। ਸੋ ਜੇ ਬਿਹਾਰ ਵਿਧਾਨ ਸਭਾ ਦੇ ਚੋਣ ਨਤੀਜਿਆਂ ਦੀ ਗੱਲ ਕਰ ਲਈਏ ਤਾਂ ਚੋਣ ਕਮਿਸ਼ਨ ਦੀ ਜਾਣਕਾਰੀ ਦੇ ਮੁਤਾਬਿਕ ਰੁਝਾਨਾਂ ਦੇ ਵਿੱਚ NDA ਗੱਠਜੋੜ ਨੇ 9 ਸੀਟਾਂ ਤੇ ਜਿੱਤ ਹਾਸਲ ਕਰ ਲਈ ਹੈ, ਜਦਕਿ 114 ਸੀਟਾਂ ਤੇ ਅੱਗੇ ਚੱਲ ਰਿਹਾ ਹੈ। ਮਹਾਗਠਬੰਧਨ ਨੇ 3 ਸੀਟਾਂ ਤੇ ਜਿੱਤ ਦਰਜ ਕੀਤੀ ਹੈ, 109 ਸੀਟਾਂ ਤੇ ਅੱਗੇ ਚੱਲ ਰਿਹਾ ਹੈ। ਜੇ ਸਿਰਫ ਪਾਰਟੀਆਂ ਦੀ ਗੱਲ ਕੀਤੀ ਜਾਏ ਤਾਂ BJP 67 ਸੀਟਾਂ ਤੇ ਅੱਗੇ ਚੱਲ ਰਹੀ ਹੈ, RJD 72 ਸੀਟਾਂ ਤੇ ਅੱਗੇ ਚੱਲ ਰਹੀ ਹੈ, MIM 5 ਸੀਟਾਂ ਤੇ ਬਹੁਜਨ ਸਮਾਜ ਪਾਰਟੀ 1 ਸੀਟ ਤੇ ਅੱਗੇ ਚੱਲ ਰਹੀ ਹੈ। ਸੋ ਬਿਹਾਰ ਦੇ ਵਿੱਚ ਹਾਲੇ ਤੱਕ ਜਿਹੜਾ ਮੁਕਾਬਲਾ ਹੈ ਬਹੁਤ ਹੀ ਸਖਤ ਬਣਿਆ ਹੋਇਆ। ਜਿਹੜੀਆਂ ਸੀਟਾਂ ਦੇ ਨਤੀਜੇ ਆ ਚੁੱਕੇ ਸਨ, ਸ਼ਾਮ 6 ਵਜੇ ਤੱਕ ਅਲੀਨਗਰ, ਔਰੰਗਾਬਾਦ, ਦਰਭੰਗਾ ਪੇਂਡੂ, ਹਯਾਘਾਟ, ਕੁਸ਼ੇਸ਼ਵਰ ਸਥਾਨ, ਸਾਹਿਬਪੁਰ ਕਮਾਲ, ਸਕਰਾ, ਇਹਨਾਂ ਸੀਟਾਂ ਦੇ ਨਤੀਜੇ ਨੇ ਜਿਹੜੇ ਉਹ ਆ ਚੁੱਕੇ ਨੇ, ਜਿਨ੍ਹਾਂ ਦੇ ਵਿੱਚ NDA ਨੂੰ ਜ਼ਿਆਦਾ ਸੀਟਾਂ ਮਿਲੀਆਂ ਨੇ ਤੇ ਮਹਾਗਠਜੋੜ ਨੂੰ 3 ਸੀਟਾਂ ਮਿਲੀਆਂ ਨੇ। BJP JDU RJD ਨੇ ਹੁਣ ਤੱਕ 2-2 ਸੀਟਾਂ ਜਿੱਤ ਲਈਆਂ ਨੇ। ਅਗਲੀ ਖਬਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਤੇ ਪਾਕਿਸਤਾਨ ਨੂੰ ਸਖਤ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੇ ਸਾਰੇ ਮੈਂਬਰ ਦੇਸ਼ਾਂ ਨੂੰ ਇੱਕ ਦੂਸਰੇ ਦੀ ਪ੍ਰਭੂਸੱਤਾ ਅਤੇ ਅਖੰਡਤਾ ਦਾ ਸਨਮਾਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸੰਯੁਕਤ ਰਾਸ਼ਟਰ ਨੇ ਆਪਣੇ 75 ਸਾਲ ਪੂਰੇ ਕੀਤੇ ਨੇ, ਪਰ ਬਹੁਤ ਸਾਰੀਆਂ ਸਫਲਤਾਵਾਂ ਤੋਂ ਬਾਅਦ ਵੀ ਸੰਯੁਕਤ ਰਾਸ਼ਟਰ ਦਾ ਮੂਲ ਲਕਸ਼ ਹੈ ਜਿਹੜਾ ਉਹ ਹਾਲੇ ਅਧੂਰਾ ਹੈ। ਮਹਾਮਾਰੀ ਦੀ ਆਰਥਿਕ ਅਤੇ ਸਮਾਜਿਕ ਪੀੜਾ ਦੇ ਨਾਲ ਜੂਝ ਰਹੇ ਵਿਸ਼ਵ ਦੀ ਇਹ ਜਿਹੜੀ ਇੱਛਾ ਹੈ ਕਿ ਸੰਯੁਕਤ ਰਾਸ਼ਟਰ ਦੀ ਵਿਵਸਥਾ ਦੇ ਵਿੱਚ ਜਿਹੜਾ ਇੱਕ ਪਰਿਵਰਤਨ ਹੈ ਉਹ ਲਿਆਂਦਾ ਜਾਣਾ ਚਾਹੀਦਾ ਹੈ। ਮੋਦੀ ਨੇ ਕਿਹਾ ਕਿ ਭਾਰਤ ਦਾ ਸ਼ਾਂਤੀ, ਸੁਰੱਖਿਆ ਅਤੇ ਵਾਧੇ ਦੇ ਵਿੱਚ ਦ੍ਰਿੜ ਵਿਸ਼ਵਾਸ ਹੈ। ਅਸੀਂ ਸਦਾ ਅੱਤਵਾਦ, ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ, ਨਸ਼ੇ ਅਤੇ ਮਨੀ ਲਾਂਡਰਿੰਗ ਦੇ ਵਿਰੋਧ ਦੇ ਵਿੱਚ ਆਵਾਜ਼ ਚੁੱਕੀ ਹੈ। ਭਾਰਤ SCO ਚਾਰਟਰ ਦੇ ਵਿੱਚ ਨਿਰਧਾਰਿਤ ਸਿਧਾਂਤਾਂ ਦੇ ਮੁਤਾਬਿਕ SCO ਦੇ ਤਹਿਤ ਕੰਮ ਕਰਨ ਦੀ ਆਪਣੀ ਪ੍ਰਤੀਬੱਧਤਾ ਦੇ ਵਿੱਚ ਹਮੇਸ਼ਾ ਦ੍ਰਿੜ ਰਿਹਾ ਹੈ। ਅਗਲੀ ਖਬਰ UP ਤੋਂ ਹੈ, ਜਿੱਥੇ ਪਰਾਲੀ ਨਾ ਸਾੜਨ ਵਾਲੇ ਨੂੰ 1 ਟਰਾਲੀ ਖਾਦ ਦੇਣ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ। UP ਦੇ ਜ਼ਿਲ੍ਹਾ ਉਨਾਓ ਦੇ ਪ੍ਰਸ਼ਾਸਨ ਨੇ ਪਰਾਲੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ 1 ਟਰੈਕਟਰ ਟਰਾਲੀ ਪਰਾਲੀ ਦੇ ਬਦਲੇ ਕਿਸਾਨਾਂ ਨੂੰ 1 ਟਰੈਕਟਰ ਟਰਾਲੀ ਖਾਦ ਮੁਹੱਈਆ ਕਰਵਾਉਣ ਦੀ ਯੋਜਨਾ ਸ਼ੁਰੂ ਕੀਤੀ ਹੈ। ਜ਼ਿਲ੍ਹੇ ਦੇ ਕਲੈਕਟਰ ਰਵਿੰਦਰ ਕੁਮਾਰ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਕੁੱਲ 125 ਗਊਸ਼ਾਲਾਵਾਂ ਨੇ, ਜਿਨ੍ਹਾਂ ਵਿੱਚੋਂ 28 ਕਾਫੀ ਵੱਡੀਆਂ ਨੇ। ਇਹਨਾਂ ਵੱਡੀਆਂ ਗਊਸ਼ਾਲਾਵਾਂ ਦੇ ਵਿੱਚ ਬਹੁਤ ਸਾਰਾ ਗੋਹਾ ਇਕੱਠਾ ਹੋ ਗਿਆ ਸੀ। ਖਾਦ ਦੀ ਨਿਕਾਸੀ ਤੇ ਪਰਾਲੀ ਦੀ ਵੱਧ ਰਹੀ ਸਮੱਸਿਆ ਦੇ ਇੱਕੋ ਸਮੇਂ ਹੱਲ ਕਰਨ ਲਈ ਉਨਾਓ ਜ਼ਿਲ੍ਹਾ ਪ੍ਰਸ਼ਾਸਨ ਨੇ ਪਰਾਲੀ ਦੀ ਬਜਾਏ ਖਾਦ ਮੁਹੱਈਆ ਕਰਵਾਉਣ ਦੀ ਯੋਜਨਾ ਸ਼ੁਰੂ ਕੀਤੀ ਹੈ ਤੇ ਯੋਜਨਾ ਸ਼ੁਰੂ ਹੋਣ ਦੇ 3 ਦਿਨਾਂ ਦੇ ਅੰਦਰ ਹੀ 100 ਤੋਂ ਵੱਧ ਕਿਸਾਨ ਆਪਣੇ ਖੇਤਾਂ ਦੀ ਪਰਾਲੀ ਲੈ ਕੇ ਪ੍ਰਸ਼ਾਸਨ ਕੋਲ ਜਾ ਚੁੱਕੇ ਨੇ ਤੇ ਬਦਲੇ ਵਿੱਚ 1 ਟਰਾਲੀ ਖਾਦ ਲੈ ਕੇ ਗਏ ਨੇ। ਰਵਿੰਦਰ ਕੁਮਾਰ ਨੇ ਦੱਸਿਆ ਕਿ ਕਿਸਾਨਾਂ ਤੋਂ ਲਿਆਂਦੀ ਪਰਾਲੀ ਨੂੰ ਤੂੜੀ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਸ਼ੈਡਾਂ ਦੇ ਵਿੱਚ ਗਾਵਾਂ ਦੇ ਭੋਜਨ ਵਜੋਂ ਇਸ ਨੂੰ ਪਰਾਲੀ ਨੂੰ ਵਰਤਿਆ ਜਾ ਰਿਹਾ ਹੈ। ਇਸ ਤਰ੍ਹਾਂ ਗਊਸ਼ਾਲਾ ਨੂੰ ਤੂੜੀ ਨਹੀਂ ਖਰੀਦਣੀ ਪਵੇਗੀ, ਕਿਸਾਨਾਂ ਨੂੰ ਵੀ ਖਾਦ ਮਿਲੇਗੀ ਤੇ ਦੋਵੇਂ ਲੋਕ ਲਾਭ ਦੇ ਵਿੱਚ ਰਹਿਣਗੇ। ਸੋ UP ਦੇ ਉਨਾਓ ਜ਼ਿਲ੍ਹੇ ਦੇ ਕਲੈਕਟਰ ਰਵਿੰਦਰ ਕੁਮਾਰ ਦੀ ਇਹ ਸੋਚ ਹੈ ਜਿਹੜੀ ਇਸ ਦੀ ਸ਼ਲਾਘਾ ਕਰਨੀ ਬਣਦੀ ਹੈ, ਜਿਸ ਦੇ ਨਾਲ ਦੋਵਾਂ ਧਿਰਾਂ ਦਾ ਫਾਇਦਾ ਹੋ ਰਿਹਾ ਹੈ। ਅਗਲੀ ਖਬਰ ਕਰਨਾਟਕਾ ਦੇ ਮੈਸੂਰ ਜ਼ਿਲ੍ਹੇ ਦੇ ਤਾਲਕਟ ਤੋਂ ਹੈ, ਜਿੱਥੇ ਪ੍ਰੀ ਵੈਡਿੰਗ ਫੋਟੋ ਸ਼ੂਟ ਦੌਰਾਨ ਹਾਦਸਾ ਵਾਪਰਿਆ, ਜਿਹਦੇ ਵਿੱਚ ਆਉਂਦੇ ਦਿਨਾਂ 'ਚ ਵਿਆਹਿਆ ਜਾਣ ਵਾਲਾ
ਜੋੜਾ ਕਾਵੇਰੀ ਨਦੀ ਵਿੱਚ ਡੁੱਬ ਕੇ ਮਰ ਗਿਆ। 28 ਸਾਲਾ ਨੌਜਵਾਨ ਅਤੇ ਉਸ ਦੀ ਮੰਗੇਤਰ ਜਿਸ ਦੀ ਉਮਰ ਸਿਰਫ 20 ਸਾਲ ਸੀ, ਉਹ ਦੋਵਾਂ ਦੀ ਕਾਵੇਰੀ ਨਦੀ ਵਿੱਚ ਡੁੱਬਣ ਨਾਲ ਮੌਤ ਹੋ ਗਈ ਹੈ। ਪੁਲਿਸ ਨੇ ਦੱਸਿਆ ਹਾਦਸਾ ਉਸ ਵਕਤ ਵਾਪਰਿਆ ਜਦੋਂ 20 ਸਾਲਾ ਮੁਟਿਆਰ ਨਦੀ ਵਿੱਚ ਡਿੱਗ ਪਈ। ਉਸ ਨੂੰ ਬਚਾਉਣ ਲੱਗਿਆ ਉਸ ਦਾ ਮੰਗੇਤਰ ਵੀ ਡੁੱਬ ਗਿਆ। ਦੋਵਾਂ ਨੂੰ ਤੈਰਨਾ ਨਹੀਂ ਆਉਂਦਾ ਸੀ। ਦੋਵਾਂ ਦਾ ਨਵੰਬਰ ਮਹੀਨੇ ਦੇ ਅਖੀਰ ਵਿੱਚ ਹੀ ਵਿਆਹ ਹੋਣਾ ਸੀ। ਅਗਲੀ ਖਬਰ ਅਹਿਮਦਾਬਾਦ ਤੋਂ ਹੈ, ਜਿੱਥੇ ਇੱਕ 6 ਸਾਲ ਦੇ ਵਿਦਿਆਰਥੀ ਨੇ ਆਪਣੇ ਕਾਰਨਾਮੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਤੇ ਗਿਨੀਜ਼ ਰਿਕਾਰਡ ਦੇ ਵਿੱਚ ਨਾਮ ਦਰਜ ਕਰਵਾ ਲਿਆ। ਗੁਜਰਾਤ ਦੇ ਅਹਿਮਦਾਬਾਦ ਵਿੱਚ ਰਹਿਣ ਵਾਲਾ ਅਰਹਮ ਓਮ ਤਲਸਾਨੀਆ ਸਭ ਤੋਂ ਘੱਟ ਉਮਰ ਵਾਲਾ ਕੰਪਿਊਟਰ ਪ੍ਰੋਗਰਾਮਰ ਹੈ। ਅਰਹਮ ਦੂਜੀ ਕਲਾਸ ਦਾ ਵਿਦਿਆਰਥੀ ਹੈ ਤੇ ਉਸ ਦਾ ਨਾਮ ਗਿਨੀਜ਼ ਵਰਲਡ ਰਿਕਾਰਡ ਦੇ ਵਿੱਚ ਦਰਜ ਹੋਇਆ। ਤਲਸਾਨੀਆ ਦੇ ਪਿਤਾ ਖੁਦ ਇੱਕ ਸਾਫਟਵੇਅਰ ਇੰਜੀਨੀਅਰ ਨੇ। ਨਿਊਜ਼ ਏਜੰਸੀ ANI ਦੇ ਨਾਲ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਉਸਦੇ ਪੁੱਤਰ ਨੇ ਕੋਡਿੰਗ ਦੇ ਵਿੱਚ ਦਿਲਚਸਪੀ ਲਈ ਸੀ। ਫਿਰ ਪਿਤਾ ਨੇ ਉਸਨੂੰ ਪ੍ਰੋਗਰਾਮਿੰਗ ਦੀਆਂ ਮੁੱਢਲੀਆਂ ਗੱਲਾਂ ਸਿਖਾਈਆਂ। ਹੁਣ ਅਰਹਮ ਨੇ ਮਾਈਕਰੋਸਾਫਟ ਦੁਆਰਾ ਆਯੋਜਿਤ ਪਾਈਥਨ ਪ੍ਰੋਗਰਾਮਿੰਗ ਭਾਸ਼ਾ ਪਾਸ ਕੀਤੀ ਹੈ। ਇਹ ਪ੍ਰੀਖਿਆ ਮਾਈਕਰੋਸਾਫਟ ਵੱਲੋਂ ਪੀਅਰਸਨ ਵਿਊ ਟੈਸਟ ਸੈਂਟਰ ਦੇ ਵਿੱਚ ਲਈ ਗਈ ਸੀ। ਅਰਹਮ ਨੇ ਪਾਕਿਸਤਾਨੀ ਮੂਲ ਦਾ 7 ਸਾਲਾ ਬ੍ਰਿਟਿਸ਼ ਲੜਕਾ ਮੁਹੰਮਦ ਹਮਜ਼ਾ ਸ਼ਹਿਜ਼ਾਦ ਉਸ ਦਾ ਵੀ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਤੋੜ ਦਿੱਤਾ ਹੈ। ਅਰਹਮ ਨੇ ਦੱਸਿਆ ਕਿ ਪਾਪਾ ਨੇ ਮੈਨੂੰ ਕੋਡਿੰਗ ਸਿਖਾਈ ਜਦੋਂ ਮੈਂ 2 ਸਾਲਾਂ ਦਾ ਸੀ। ਮੈਂ ਟੈਬਲੇਟ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ। 3 ਸਾਲ ਦੀ ਉਮਰ ਦੇ ਵਿੱਚ ਮੈਂ iOS ਤੇ ਵਿੰਡੋਜ਼ ਦੇ ਨਾਲ ਗੈਜਟਸ ਖਰੀਦ ਲਏ ਸੀ। ਬਾਅਦ ਵਿੱਚ ਪਤਾ ਲੱਗਿਆ ਕਿ ਮੇਰੇ ਪਿਤਾ ਪਾਈਥਨ ਉੱਤੇ ਕੰਮ ਕਰ ਰਹੇ ਨੇ। ਜਦੋਂ ਮੈਨੂੰ ਪਾਈਥਨ ਤੋਂ ਮੇਰਾ ਸਰਟੀਫਿਕੇਟ ਮਿਲਿਆ ਤਾਂ ਮੈਂ ਛੋਟੀਆਂ-ਛੋਟੀਆਂ ਗੇਮਾਂ ਬਣਾ ਰਿਹਾ ਸੀ। ਕੁਝ ਸਮੇਂ ਬਾਅਦ ਉਹਨਾਂ ਨੇ ਮੈਨੂੰ ਕੰਮ ਦਾ ਪ੍ਰਮਾਣ ਭੇਜਣ ਲਈ ਕਿਹਾ। ਕੁਝ ਮਹੀਨਿਆਂ ਬਾਅਦ ਮੈਨੂੰ ਮਨਜ਼ੂਰੀ ਦੇ ਦਿੱਤੀ ਤੇ ਮੈਨੂੰ ਇੱਕ ਗਿਨੀਜ਼ ਵਰਲਡ ਰਿਕਾਰਡ ਸਰਟੀਫਿਕੇਟ ਪ੍ਰਾਪਤ ਹੋਇਆ। ਤਲਸਾਨੀਆ ਇੱਕ ਕਾਰੋਬਾਰੀ ਉਦਮੀ ਬਣ ਕੇ ਸਭ ਦੀ ਮਦਦ ਕਰਨਾ ਚਾਹੁੰਦਾ ਹੈ। ਕੋਡਿੰਗ ਲਈ ਐਪਸ, ਗੇਮਸ ਤੇ ਸਿਸਟਮ ਬਣਾਉਣਾ ਚਾਹੁੰਦਾ ਹੈ ਤੇ ਲੋੜਵੰਦਾਂ ਦੀ ਮਦਦ ਵੀ ਕਰਨਾ ਚਾਹੁੰਦਾ ਹੈ। ਪ੍ਰਾਈਮ ਟਾਈਮ ਦੇ ਵਿੱਚ ਪੂਰੀ ਦੁਨੀਆ ਦੀਆਂ ਖਬਰਾਂ ਜਾਣ ਲੈਂਦੇ ਹਾਂ। ਰਾਸ਼ਟਰਪਤੀ ਅਹੁਦੇ ਦੀ ਚੋਣ ਹਾਰਨ ਤੋਂ ਬਾਅਦ ਡੋਨਾਲਡ ਟਰੰਪ ਬੁਖਲਾ ਗਏ ਲੱਗਦੇ ਨੇ। ਡੋਨਾਲਡ ਟਰੰਪ ਨੇ ਮਾਰਕ ਐਸਪਰ ਨੂੰ ਰਾਸ਼ਟਰਪਤੀ ਚੋਣ ਹਾਰਨ ਤੋਂ ਬਾਅਦ ਸੁਰੱਖਿਆ ਸਕੱਤਰ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਹੈ। ਕ੍ਰਿਸਟੋਫਰ ਮਿਲਰ ਨੂੰ ਮਾਰਕ ਐਸਪਰ ਦੀ ਥਾਂ ਨਵਾਂ ਸੁਰੱਖਿਆ ਸਕੱਤਰ ਨਿਯੁਕਤ ਕੀਤਾ ਗਿਆ। ਮਿਲਰ ਇਸ ਵਕਤ ਨੈਸ਼ਨਲ ਕਾਊਂਟਰ ਟੈਰਰਿਜ਼ਮ ਸੈਂਟਰ ਦੇ ਡਾਇਰੈਕਟਰ ਵਜੋਂ ਸੇਵਾ ਨਿਭਾ ਰਿਹਾ ਸੀ। ਟਰੰਪ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਨੈਸ਼ਨਲ ਕਾਊਂਟਰ ਟੈਰਰਿਜ਼ਮ ਸੈਂਟਰ ਦੇ ਡਾਇਰੈਕਟਰ ਕ੍ਰਿਸਟੋਫਰ ਮਿਲਰ ਨੂੰ ਤੁਰੰਤ ਪ੍ਰਭਾਵ ਨਾਲ ਅੰਤਰਿਮ ਰੱਖਿਆ ਮੰਤਰੀ ਬਣਾਇਆ ਜਾਂਦਾ ਹੈ। ਐਸਪਰ ਨੂੰ ਟਰਮੀਨੇਟ ਕੀਤਾ ਜਾਂਦਾ ਹੈ। ਕਿਹਾ ਜਾ ਰਿਹਾ ਕਿ ਟਰੰਪ ਤੇ ਐਸਪਰ ਵਿਚਾਲੇ ਸੰਬੰਧ ਲੰਬੇ ਸਮੇਂ ਤੋਂ ਵਿਗੜੇ ਹੋਏ ਸਨ। ਦੋਵਾਂ ਵਿੱਚ ਫੌਜੀ ਠਿਕਾਣਿਆਂ ਦੇ ਨਾਮ ਬਦਲਣ ਨੂੰ ਲੈ ਕੇ ਵੀ ਮਤਭੇਦ ਸੀ। ਟਰੰਪ ਤੇ ਮਾਰਕ ਐਸਪਰ ਵਿਚਾਲੇ ਫੌਜੀ ਠਿਕਾਣਿਆਂ ਦਾ ਨਾਮ ਬਦਲਣ, ਜਲ ਸੈਨਾ ਤੇ ਸੈਨਿਕ ਕਰਮਚਾਰੀਆਂ ਦੀ ਵਰਤੋਂ ਉੱਤੇ ਐਸਪਰ ਦੇ ਸੁਝਾਅ ਤੇ ਟਕਰਾਅ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸਮਝਿਆ ਜਾ ਰਿਹਾ ਹੈ। ਇੰਨਾ ਹੀ ਨਹੀਂ, ਡੋਨਾਲਡ ਟਰੰਪ ਨੇ ਹੁਣ FDA ਤੇ ਫਾਰਮਾ ਪ੍ਰਮੁੱਖ ਫਾਈਜ਼ਰ ਕੰਪਨੀ ਦੇ ਉੱਤੇ ਚੋਣਾਂ ਤੋਂ ਪਹਿਲਾਂ ਕਰੋਨਾ ਵੈਕਸੀਨ ਦੇ ਐਲਾਨ ਨੂੰ ਰੋਕ ਕੇ ਚੋਣਾਂ ਦਾ ਰੁਖ ਮੋੜਨ ਦਾ ਇਲਜ਼ਾਮ ਲਾਇਆ। ਦਰਅਸਲ ਫਾਰਮਾ ਮੁਖੀ ਫਾਈਜ਼ਰ ਨੇ ਕੱਲ੍ਹ ਹੀ ਐਲਾਨ ਕੀਤਾ ਸੀ ਕਿ ਉਹਨਾਂ ਦੀ ਵੈਕਸੀਨ ਸ਼ੁਰੂਆਤੀ ਅੰਦਾਜ਼ੇ ਦੇ ਮੁਤਾਬਿਕ COVID-19 ਨੂੰ ਰੋਕਣ ਵਿੱਚ 90% ਸਫਲ ਪਾਈ ਗਈ ਹੈ। ਟਰੰਪ ਨੇ ਟਵੀਟ ਕਰਕੇ ਕਿਹਾ ਕਿ ਅਮਰੀਕੀ ਖਾਦ ਤੇ ਦਵਾ ਪ੍ਰਸ਼ਾਸਨ ਤੇ ਡੈਮੋਕ੍ਰੇਟਿਕ ਮੈਨੂੰ ਚੋਣਾਂ ਤੋਂ ਪਹਿਲਾਂ ਕਰੋਨਾ ਵੈਕਸੀਨ ਨੂੰ ਲੈ ਕੇ ਜਿੱਤਦਾ ਹੋਏ ਨਹੀਂ ਦੇਖਣਾ ਚਾਹੁੰਦੇ ਸੀ। ਇਸ ਲਈ ਉਹਨਾਂ ਨੇ 5 ਦਿਨ ਬਾਅਦ ਇਹ ਐਲਾਨ ਕੀਤਾ। ਇੱਕ ਹੋਰ ਟਵੀਟ ਕਰਕੇ ਟਰੰਪ ਨੇ ਇਲਜ਼ਾਮ ਲਾਇਆ ਕਿ ਜੇਕਰ ਜੋ ਬਾਈਡਨ ਰਾਸ਼ਟਰਪਤੀ ਹੁੰਦੇ ਤਾਂ ਤੁਹਾਡੇ ਕੋਲ ਅੱਗੇ ਆਉਣ ਵਾਲੇ 4 ਸਾਲਾਂ ਲਈ ਵੈਕਸੀਨ ਹੋਣੀ ਹੀ ਨਹੀਂ ਸੀ ਤੇ ਨਾ ਹੀ US FDA ਨੇ ਇਸ ਨੂੰ ਇੰਨੀ ਛੇਤੀ ਮਨਜ਼ੂਰੀ ਦੇਣੀ ਸੀ। ਨੌਕਰਸ਼ਾਹੀ ਨੇ ਲੱਖਾਂ ਲੋਕਾਂ ਦਾ ਜੀਵਨ ਨਸ਼ਟ ਕਰ ਦਿੱਤਾ। ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਸੀ ਕਿ ਉਹਨਾਂ ਨੇ ਵੱਡੀ ਗਿਣਤੀ ਵਿੱਚ ਨੌਕਰਸ਼ਾਹੀ ਅੜਚਨਾਂ ਨੂੰ ਹਟਾਉਣ ਦੇ ਲਈ ਤੇਜ਼ੀ ਨਾਲ ਵਿਕਾਸ ਕੀਤਾ ਤੇ ਇੱਕ ਵੈਕਸੀਨ ਦੀ ਮਨਜ਼ੂਰੀ ਦੇ ਉੱਤੇ ਕੰਮ ਕੀਤਾ। ਅਗਲੀ ਖਬਰ ਵੀ ਅਮਰੀਕਾ ਤੋਂ ਹੀ ਹੈ, ਜਿੱਥੇ ਇੱਕ ਭਾਰਤੀ ਨਾਗਰਿਕ ਨੂੰ ਟੈਲੀਮਾਰਕੀਟਿੰਗ ਅਤੇ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ 33 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਿਹੜੀ ਕਿ ਕਰੀਬ 3 ਸਾਲ ਬਣਦੀ ਹੈ। ਦੋਸ਼ੀ ਚਿਰਾਗ ਸਚਦੇਵਾ, ਜੋ ਕਿ 30 ਸਾਲ ਦਾ ਹੈ, ਉਸਨੇ ਅਮਰੀਕਾ ਦੇ ਵਿੱਚ ਕਈ ਬਜ਼ੁਰਗ ਖਾਤਾ ਧਾਰਕਾਂ ਦੇ ਨਾਲ ਆਨਲਾਈਨ ਯੂਜ਼ਰ ਨੇਮ ਤੇ ਪਾਸਵਰਡ ਦੀ ਵਰਤੋਂ ਕਰਦਿਆਂ ਖਾਤਿਆਂ ਚੋਂ ਪੈਸੇ ਚੋਰੀ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਿਲ ਹੋਣ ਦੇ ਦੋਸ਼ ਨੂੰ ਕਬੂਲਿਆ। ਅਮਰੀਕਾ ਦੀ ਅਦਾਲਤ ਨੇ ਸਚਦੇਵ ਨੂੰ 33 ਮਹੀਨਿਆਂ ਦੀ ਕੈਦ ਤੋਂ ਬਾਅਦ ਰਿਹਾ ਹੋਣ ਤੋਂ ਬਾਅਦ 3 ਸਾਲਾਂ ਲਈ ਨਿਗਰਾਨੀ ਹੇਠ ਰੱਖਣ ਦਾ ਵੀ ਆਦੇਸ਼ ਦਿੱਤਾ ਹੈ। ਪੀੜਤਾਂ ਨੂੰ ਮੁਆਵਜ਼ਾ ਦੇਣ ਦੇ ਲਈ $4,442 ਦਾ ਜੁਰਮਾਨਾ ਵੀ ਲਾਇਆ ਗਿਆ। FBI ਨੇ ਇੱਕ ਹੋਰ ਭਾਰਤੀ ਨਾਗਰਿਕ ਮਨੀਸ਼ ਕੁਮਾਰ 32 ਸਾਲ ਦੇ ਨੂੰ ਇਸ ਨਾਲ ਸੰਬੰਧਿਤ 3 ਹੋਰ ਧੋਖਾਧੜੀ ਸਾਜ਼ਿਸ਼ਾਂ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਗ੍ਰਿਫਤਾਰ ਕੀਤਾ ਹੈ। ਉਧਰ ਚੀਨ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਜੇਤੂ ਜੋ ਬਾਈਡਨ ਨੂੰ ਵਧਾਈ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਚੀਨ ਨੇ ਕਿਹਾ ਕਿ ਅਮਰੀਕੀ ਚੋਣਾਂ ਦਾ ਨਤੀਜਾ ਦੇਸ਼ ਦੇ ਕਾਨੂੰਨਾਂ ਤੇ ਪ੍ਰਕਿਰਿਆਵਾਂ ਤੇ ਨਿਰਧਾਰਿਤ ਹੋਣਾ ਚਾਹੀਦਾ ਹੈ। ਚੀਨ ਵੱਲੋਂ ਰਾਸ਼ਟਰਪਤੀ ਚੋਣਾਂ ਵਿੱਚ ਜੋ ਬਾਈਡਨ ਤੇ ਕਮਲਾ ਹੈਰਿਸ ਦੀ ਜਿੱਤ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ। ਹਾਲਾਂਕਿ ਸਰਕਾਰੀ ਮੀਡੀਆ ਉਹਨਾਂ ਦੇ ਚੁਣੇ ਜਾਣ ਤੇ ਟਿੱਪਣੀਆਂ ਕਰ ਰਿਹਾ ਹੈ। ਸੋ ਰਾਸ਼ਟਰਪਤੀ ਟਰੰਪ ਨੇ ਇਹ ਇਤਰਾਜ਼ ਤਾਂ ਜਤਾਇਆ ਹੈ ਕਿਉਂਕਿ ਕਰੋਨਾ ਮਹਾਮਾਰੀ ਨੂੰ ਲੈ ਕੇ ਵੈਕਸੀਨ ਦਾ ਇੰਤਜ਼ਾਰ ਕਰ ਰਹੀ ਪੂਰੀ ਦੁਨੀਆ ਦੇ ਲਈ ਅਮਰੀਕਾ ਦੀ ਫਾਰਮਾ ਕੰਪਨੀ ਫਾਈਜ਼ਰ ਨੇ
ਨਵਾਂ ਐਲਾਨ ਕੀਤਾ। ਕੰਪਨੀ ਨੇ ਦੱਸਿਆ ਕਿ ਵੈਕਸੀਨ ਨੂੰ ਲੈ ਕੇ ਕਲੀਨਿਕਲ ਟ੍ਰਾਇਲ ਦੇ ਨਤੀਜੇ ਚੰਗੇ ਆਏ ਨੇ। ਇਸ ਟ੍ਰਾਇਲ ਵਿੱਚ ਕੋਰੋਨਾ ਦੀ ਵੈਕਸੀਨ 90% ਅਸਰਦਾਰ ਸਾਬਿਤ ਹੋਈ ਹੈ। ਟ੍ਰਾਇਲ ਦੇ ਨਤੀਜੇ ਉਮੀਦ ਤੋਂ ਕਾਫੀ ਚੰਗੇ ਨੇ। ਜੇਕਰ ਸਭ ਕੁਝ ਠੀਕ ਰਿਹਾ ਤਾਂ ਇਸ ਮਹੀਨੇ ਦੇ ਅਖੀਰ ਤੱਕ ਵੈਕਸੀਨ ਨੂੰ ਹਰੀ ਝੰਡੀ ਮਿਲ ਜਾਏਗੀ। ਫਾਈਜ਼ਰ ਨੇ ਕੋਰੋਨਾ ਦੀ ਵੈਕਸੀਨ ਆਪਣੇ ਜਰਮਨ ਦੇ ਸਹਿਯੋਗੀ ਬਾਇਓਐਨਟੈਕ ਦੇ ਨਾਲ ਮਿਲ ਕੇ ਤਿਆਰ ਕੀਤੀ ਹੈ। ਫਾਈਜ਼ਰ ਨੇ ਕੋਰੋਨਾ ਵੈਕਸੀਨ ਨੂੰ ਲੈ ਕੇ ਦਾਅਵਾ ਕੀਤਾ ਕਿ ਟ੍ਰਾਇਲ ਦੌਰਾਨ 94 ਪੀੜਤਾਂ ਵਿੱਚੋਂ 90% ਮਰੀਜ਼ਾਂ ਉੱਤੇ ਅਸਰਦਾਰ ਸਾਬਿਤ ਹੋਈ ਹੈ। ਇਸੇ ਮਹੀਨੇ ਕੰਪਨੀ ਮਨਜ਼ੂਰੀ ਦੇ ਲਈ ਅਮਰੀਕਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਲਈ ਅਪਲਾਈ ਕਰੇਗੀ। ਫਾਈਜ਼ਰ ਨੇ ਦੱਸਿਆ ਕਿ ਅਮਰੀਕਾ ਸਮੇਤ ਦੂਸਰੇ ਮੁਲਕਾਂ ਦੇ 44,000 ਲੋਕਾਂ ਤੇ ਇਸ ਟੀਕੇ ਦਾ ਟ੍ਰਾਇਲ ਕੀਤਾ ਗਿਆ। ਅਗਲੀ ਖਬਰ ਕੈਨੇਡਾ ਤੋਂ ਹੈ, ਜਿੱਥੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਸਫੋਰਡ ਦੇ ਵਿੱਚ ਇੱਕ 99 ਸਾਲਾ ਬਜ਼ੁਰਗ ਤੇ ਅਣਪਛਾਤੇ ਵਿਅਕਤੀ ਨੇ ਹਮਲਾ ਕਰ ਦਿੱਤਾ, ਜਿਸ ਦੇ ਵਿੱਚ ਬਜ਼ੁਰਗ ਗੰਭੀਰ ਜ਼ਖਮੀ ਹੋ ਗਿਆ। ਘਟਨਾ ਤੋਂ ਬਾਅਦ ਜ਼ਖਮੀ ਬਜ਼ੁਰਗ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਐਬਸਫੋਰਡ ਪੁਲਿਸ ਦੇ ਮੁਤਾਬਿਕ ਘਟਨਾ ਨੂੰ ਨਸਲੀ ਹਮਲਾ ਕਹਿਣਾ ਜਲਦਬਾਜ਼ੀ ਹੋਵੇਗੀ, ਕਿਉਂਕਿ ਇਹ ਜਿਹੜਾ ਜ਼ਖਮੀ ਬਜ਼ੁਰਗ ਹੈ ਪੰਜਾਬੀ ਹੈ, ਸਿੱਖ ਹੈ। ਹਮਲਾਵਰ ਦੀ ਪਛਾਣ ਲਈ ਸੀਸੀਟੀਵੀ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਲੋਕਾਂ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲਦੀ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। 99 ਸਾਲਾ ਪੰਜਾਬੀ ਬਜ਼ੁਰਗ ਉੱਤੇ ਹਮਲਾ ਨਸਲੀ ਹੈ ਜਾਂ ਨਹੀਂ, ਇਹ ਪੁਲਿਸ ਦੀ ਜਾਂਚ ਤੋਂ ਬਾਅਦ ਪਤਾ ਲੱਗੇਗਾ। ਬਜ਼ੁਰਗ ਦਾ ਨਾਮ ਕਰਤਾਰ ਦੱਸਿਆ ਜਾ ਰਿਹਾ ਹੈ। ਪੀੜਤ ਬਜ਼ੁਰਗ ਦਾ ਪਰਿਵਾਰ ਇਸ ਘਟਨਾ ਤੋਂ ਬਾਅਦ ਡਰਿਆ ਹੋਇਆ ਹੈ। 11 ਵਜੇ ਕਰਤਾਰ ਨਾਮ ਦੇ ਬਜ਼ੁਰਗ ਸੀਡਰ ਪਾਰਕ ਜਾ ਰਹੇ ਸੀ। ਜਦੋਂ ਬੱਸ ਵਿੱਚੋਂ ਉਤਰੇ ਤਾਂ ਇੱਕ ਅਣਪਛਾਤੇ ਵਿਅਕਤੀ ਨੇ ਹਮਲਾ ਕਰ ਦਿੱਤਾ। ਪੰਜਾਬ, ਭਾਰਤ ਅਤੇ ਦੁਨੀਆ ਭਰ ਦੇ ਪ੍ਰਾਈਮ ਟਾਈਮ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਕਰਦੇ ਰਹੋ। ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਜੋ ਵੀ ਤੁਸੀਂ ਬਣਦਾ ਸਰਦਾ ਯੋਗਦਾਨ ਪਾ ਸਕਦੇ ਹੋ, ਜ਼ਰੂਰ ਪਾਓ। ਅਫਵਾਹਾਂ ਤੋਂ ਬਚ ਕੇ ਰਹੋ। ਧੰਨਵਾਦ।